कि असी रब की कृपा के पात्र बने हाँ या नहीं। दूसरा सवाल यह है कि रब की कृपा के पात्र किवें बन सकते हैं, किहड़ा ढंग तरीका जुगत अपनाई जाए कि अपने मालक परमेश्वर की रहमत के पात्र बन सकी, उसकी कृपा हो जाए। सतगुरु जी की पावन बाणी दे विचों ही आपां साहब जी के अमोलक बचन पढ़ के इस गल का प्रमाण लै सकते हैं कि रब की कृपा कदों आउंदी है। सतगुरु गुरु अर्जन साहब महाराज जी के अमोलक बचन ने। मेरे साहब जी कहते प्रभ की शरण सगल भै लाथे, दुख बिनसे सुख पाया। हे भाई प्रभु की शरण विच आके जदों अपना जीवन बतीत करता है प्यारा, उहदे जीवन की निशानी है भै मुक्त हो जाता है। ਉਹਦੇ ਜੀਵਨ ਦੇ ਵਿੱਚੋਂ ਦੁੱਖ ਬਿਨਸੇ ਸੁਖ ਪਾਇਆ, ਉਹਨੇ ਇਸ ਦੁੱਖ ਨੂੰ ਖਤਮ ਕਰਕੇ ਅਸਲੀ ਸੁਖ ਪ੍ਰਾਪਤ ਕੀਤਾ। ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਕਹਿੰਦੇ ਦਇਆਲ ਹੋਆ ਪਾਰ ਬ੍ਰਹਮ ਸੁਆਮੀ। हे ਭਾਈ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਮਾਲਕ, ਉਹ ਦਇਆਲ ਹੋਆ। ਪਰ ਕਦੋਂ? ਨਾਲ ਹੀ ਸਤਿਗੁਰੂ ਜੀ ਨੇ ਬਚਨ ਕਹਿ ਦਿੱਤੇ दयाल हुआ पार ब्रह्म स्वामी पूरा सतगुर ध्याया। जदों पूरे सतगुरु नूं ध्यान विच रख के अपने जीवन नूं बतीत किया, फिर पार ब्रह्म परमेश्वर दयाल हो गया, कृपा दे घर विच आ गया, रहमत करन लग पिया। उहदी रहमत दे असीं पात्र बन गए। जदों अपने गुरु नूं ध्यान विच रख के अपना जीवन बतीत किया जाए, फिर ਉਹਦੀ ਕਿਰਪਾ ਮਿਲਦੀ ਹੈ, ਫਿਰ ਉਹਦੀ ਰਹਿਮਤ ਦੇ ਆਪਾਂ ਪਾਤਰ ਬਣਦੇ ਆ। ਤੇ ਜਿਹਨੇ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਸ਼ਬਦਾਂ ਨੂੰ, ਗੁਰੂ ਦੀ ਸਿੱਖਿਆ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਬਤੀਤ ਕੀਤਾ, ਉਹ ਕਦੇ ਜ਼ਾਲਮ ਨਹੀਂ ਬਣਿਆ, ਉਹ ਕਦੇ ਅਤਿਆਚਾਰ ਕਰਨ ਵਾਲਾ ਨਹੀਂ ਬਣਿਆ, ਉਹ ਕਦੇ ਲੁਟੇਰਾ ਧਾੜਵੀ ਨਹੀਂ ਬਣਿਆ, ਉਹ ਮਨੁੱਖਤਾ ਵਿੱਚ ਉਜਾੜਾ ਪਾਉਣ ਵਾਲਾ ਨਹੀਂ ਬਣਿਆ। ਉਹ ਸੰਸਾਰ ਨੂੰ ਸਵਾਰਨ ਵਾਲਾ, ਸੰਸਾਰ ਨੂੰ ਪਾਲਣ ਵਾਲਾ, ਸੰਸਾਰ ਨੂੰ ਸੰਭਾਲਣ ਵਾਲਾ ਬਣਦਾ ਹੈ, ਜਿਹੜਾ ਗੁਰੂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਜੀਵਨ ਬਤੀਤ ਕਰਦਾ। ਰੱਬ ਦੀ ਕਿਰਪਾ ਦੇ ਪਾਤਰ ਕਿਵੇਂ ਬਣ ਸਕਦੇ ਆ? ਮੇਰੇ ਸਤਿਗੁਰੂ ਜੀ ਕਹਿੰਦੇ ਜਦੋਂ ਆਪਣੇ ਗੁਰੂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਜੀਵਨ ਬਤੀਤ ਕਰੇਗਾ, ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੇਗਾ ਨਾ, ਫਿਰ ਉਸ ਮਾਲਕ ਦੀ ਕਿਰਪਾ ਦੇ ਪਾਤਰ ਬਣਦੇ ਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਜਦੋਂ ਸਤਿਗੁਰੂ ਨੂੰ ਪੂਰੇ ਤੌਰ ਤੇ ਧਿਆਇਆ ਹੈ, ਪੂਰਾ ਗੁਰੂ ਧਿਆਉਣ ਤੋਂ ਭਾਵ ਸਤਿਗੁਰੂ ਦੀ ਹਰ ਇੱਕ ਗੱਲ ਨੂੰ ਪ੍ਰਵਾਨ ਕੀਤਾ ਜਾਵੇ, फिर उस मालक की कृपा हुंदी है। इसे करके धन गुरु रामदास महाराज जी ने गल कही, गुरु क्या सिखा अपने पूरे सतगुरु नूं ध्यान विच रख, नहीं ते असी अपने गुरु नूं अद्धा ध्यान विच रखदे हां ते अद्धा नहीं रखदे। अपनी जिंदगी विच सुख प्रवान है, दुख प्रवान नहीं, वाधा प्रवान है, घाटा प्रवान नहीं, जन्म प्रवान है, मौत प्रवान नहीं। ये जीवन है कि असी अपने जीवन विच, क्योंकि गुरु ते ये शब्द कहता है प्यारिया, सुख दुख दोए दर कपड़े पहरे जाए मनुख। ये ते कपड़े ने, सुख ते दुख। गुरु दा शब्द ते ये गल कहता है कि दुख सुख प्रभ देवनहार, अबर त्याग तू तिसा चितार। दुख सुख नूं पासे करके अपने मालक दे चरनां नाल जुड़। गुरु ने ते ये शब्द समझाए, पर असीं अपने जीवन विच अद्धे तौर ते गुरु नूं प्रवान करदे हां। सुख प्रवान ने, दुख प्रवान नहीं। अनेकां दातां प्राप्त होण, फिर गुरु दी शोभा है। दातां बिनसण, फिर गुरु तो बेमुक्ताई हो जाती है।
ਜਿਨ੍ਹਾਂ ਨੇ ਪੂਰਾ ਸਤਿਗੁਰੂ ਧਿਆਇਆ ਨਾ ਭਾਈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ, ਉਸ ਸਿੱਖ ਦਾ ਜੀਵਨ ਇਹ ਹੋਣਾ ਚਾਹੀਦਾ ਹੈ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰੂ ਦੇ ਪਿਆਰੇ ਸਿੱਖ, ਗੁਰੂ ਦੇ ਪਿਆਰੇ ਮਿੱਤਰ, ਆਪਣਾ ਜੀਵਨ ਗੁਰੂ ਦੇ ਬਚਨਾਂ ਅਨੁਸਾਰ ਬਣਾ। ਜੋ ਗੁਰੂ ਨੇ ਬਚਨ ਕਹਤੇ ਭਲਾ ਕਰਕੇ ਮੰਨ। ਜੋ ਗੁਰੂ ਦੇ ਹੁਕਮ ਨੇ ਉਹਨਾਂ ਨੂੰ ਭਲਾ ਕਰਕੇ ਮੰਨੇਗਾ, ਰੱਬ ਦੀ ਕਿਰਪਾ ਤੇਰੇ ਉੱਪਰ ਹੋਵੇਗੀ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰੂ ਧਿਆਇਆ। ਸਭ ਜੀ ਕਹਿੰਦੇ ਜਿਨ੍ਹਾਂ ਉੱਪਰ ਫਿਰ ਕਿਰਪਾ ਹੋਈ ਉਹਨਾਂ ਦੀ ਨਿਸ਼ਾਨੀ ਛੁੱਟਾਂ ਸੰਘਾਰ, ਨਿਮਖ ਕਿਰਪਾ ਤੇ। ਤਾਂ ਹੀ ਮੇਰੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਨੇ ਵੀ ਭਾਈ ਆਪਣੇ ਜੀਵਨ ਵਿੱਚ ਜਿਹੜੇ ਲੋਕ ਮਾਲਕ ਦੀ ਕਿਰਪਾ ਦੇ ਪਾਤਰ ਬਣੇ, ਉਹਨਾਂ ਦੀ ਨਿਸ਼ਾਨੀ ਪਤਾ ਕੀ ਹੈ? ਸਭ ਜੀ ਕਹਿੰਦੇ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਹੇ ਭਾਈ, ਜਦੋਂ ਆਪਣੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਅੰਮ੍ਰਿਤਮਈ ਦ੍ਰਿਸ਼ਟੀ ਦੇ ਪਾਤਰ ਬਣਦੇ ਆ, ਫਿਰ ਪਾਪ ਖਤਮ ਹੁੰਦੇ ਨੇ। ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਇਹਨਾਂ ਪਾਪਾਂ ਦੀ ਜਿੰਨੀ ਵੀ ਮੈਲ ਅੰਦਰ ਇਕੱਠੀ ਹੋਈ ਸੀ ਨਾ, ਉਹ ਸਾਰੀ ਹੀ ਖਤਮ ਹੋ ਜਾਂਦੀ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਉਸ ਪਿਆਰੇ ਦੇ ਇਹ ਵਸ ਵਿੱਚ ਹੋ ਜਾਂਦੇ ਨੇ, ਇਹਨਾਂ ਦੀ ਤਾਕਤ ਉਹਦੇ ਅਧੀਨ ਹੋ ਜਾਂਦੀ ਹੈ, ਜਿਹੜਾ ਆਪਣੇ ਮਾਲਕ ਦੀ ਕਿਰਪਾ ਦਾ ਪਾਤਰ ਬਣਦਾ। ਜਿਹੜਾ ਮਾਲਕ ਦੀ ਕਿਰਪਾ ਦਾ ਪਾਤਰ ਬਣਿਆ, ਪਾਤਸ਼ਾਹ ਜੀ ਕਹਿੰਦੇ ਉੱਪਰ ਪਾਪਾਂ ਵਿੱਚ ਗਲਤਾਨ ਨਹੀਂ ਹੁੰਦਾ। ਇਹ ਨਿਸ਼ਾਨੀ ਹੈ, ਇਹ ਪ੍ਰਮਾਣ ਹੈ ਸਾਡੇ ਜੀਵਨ ਦੇ ਵਿੱਚ। ਧਿਆਨ ਮਾਰ ਕੇ ਵੇਖੋ, ਰੱਬ ਦੀ ਕਿਰਪਾ ਦੇ ਪਾਤਰ ਬਣੇ ਹਾਂ ਜਾਂ ਨਹੀਂ। ਕਿਉਂਕਿ ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ, ਮੇਰੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਅਤਿਆਚਾਰ ਨਹੀਂ ਕੀਤੇ। ਫਿਰ ਉਹ ਜ਼ੁਲਮ ਕਰਨ ਵਾਲੇ ਨਹੀਂ ਬਣੇ। ਉਹ ਇਸ ਜਗਤ ਦਾ ਉਜਾੜਾ ਪਾਉਣ ਵਾਲੇ ਨਹੀਂ ਜੇ ਬਣੇ। ਉਹ ਤੇ ਜਗਤ ਨੂੰ ਸਵਾਰਨ ਵਾਲੇ, ਜਗਤ ਨੂੰ ਸੰਭਾਲਣ ਵਾਲੇ, ਜਗਤ ਨੂੰ ਪਾਲਣ ਵਾਲੇ ਬਣ ਗਏ, ਕਿਉਂਕਿ ਆਪਣੇ ਮਾਲਕ ਦੀ ਕਿਰਪਾ ਦੇ ਉਹ ਪਾਤਰ ਬਣੇ ਨੇ। ਉਹ ਤੇ ਸੰਘਾਰ ਕਰਨ ਤੋਂ ਰੁਕ ਗਏ, ਬਚ ਗਏ। ਜਿਨ੍ਹਾਂ ਉੱਪਰ ਮੇਰੇ ਮਾਲਕ ਦੀ ਕਿਰਪਾ ਹੋਈ ਹੈ, ਜਿਨ੍ਹਾਂ ਉੱਪਰ ਮੇਰੇ ਮਾਲਕ ਦੀ ਰਹਿਮਤ ਹੋ ਗਈ। ਇਸ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰ ਝਾਤ ਮਾਰ ਕੇ ਵੇਖ, ਰੱਬ ਦੀ ਕਿਰਪਾ ਦਾ ਪਾਤਰ ਬਣਿਆ। ਕਿਉਂਕਿ ਪਿੱਛੇ ਵੀ ਬੇਨਤੀ ਕੀਤੀ ਸੀ, ਬਹੁਤਾਤ ਸਾਡਾ ਜੀਵਨ ਹੈ, ਕਈ ਪ੍ਰਕਾਰ ਦੇ ਧਨ ਪਦਾਰਥ, ਜ਼ਮੀਨ ਜਾਇਦਾਦ, ਵੱਡਾ ਕਾਰੋਬਾਰ, ਧਨ ਦੌਲਤ, ਸੰਸਾਰ ਦੀਆਂ ਬਹੁਤ ਸੁੱਖ ਸਹੂਲਤਾਂ ਹੋਣ, ਤੇ ਬੰਦਾ ਕਹਿੰਦਾ ਰੱਬ ਦੀ ਬੜੀ ਕਿਰਪਾ ਹੈ। ਪਰ ਜੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤੇ ਇਹ ਚੀਜ਼ਾਂ ਤੇ ਚੋਰਾਂ ਠੱਗਾਂ ਕੋਲ, ਰਿਸ਼ਵਤਖੋਰੀ ਕਰਨ ਵਾਲਿਆਂ ਕੋਲ, ਲੁਟੇਰਿਆਂ ਕੋਲ ਵੀ ਬੜੀਆਂ ਨੇ, ਫਿਰ ਉਹ ਵੀ ਕਹਿਣਗੇ ਰੱਬ ਦੀ ਬੜੀ ਕਿਰਪਾ। ਕਿਰਪਾ ਦੇ ਅਰਥ ਨਹੀਂ ਇਹ। ਕਿਰਪਾ ਦਾ ਅਰਥ ਤੇ ਭਾਈ ਇਹ ਹੈ, ਜਿਹਦੇ ਉੱਪਰ ਕਿਰਪਾ ਹੋਈ ਨਾ, ਉਹ ਦੁਨੀਆ ਦਾ ਸੰਘਾਰ ਕਰਨ ਤੋਂ, ਭਾਵ ਦੁਨੀਆ ਵਿੱਚ ਲੁੱਟ ਮਚਾਉਣ ਤੋਂ, ਦੁਨੀਆ ਦਾ ਉਜਾੜਾ ਪਾਉਣ ਤੋਂ ਰੁਕ ਗਿਆ ਹੈ। ਜਿਨੇ ਆਪਣੇ ਮਾਲਕ ਦੀ ਕਿਰਪਾ ਪ੍ਰਾਪਤ ਕਰ ਲਈ, ਜਿਨੇ ਆਪਣੇ ਮਾਲਕ ਦੀ ਰਹਿਮਤ ਨੂੰ ਪ੍ਰਾਪਤ ਕੀਤਾ ਨਾ, ਉਹ ਸੰਘਾਰ ਕਰਨ ਵਾਲਾ ਨਹੀਂ ਬਣਿਆ, ਉਹ ਸੰਭਾਲ ਕਰਨ ਵਾਲਾ ਬਣਿਆ, ਦੁਨੀਆ ਨੂੰ ਪਾਲਣ ਵਾਲਾ। ਇਸ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਆਪਣੇ ਕਰਮਾਂ ਨੂੰ ਵਾਚ ਕੇ ਵੇਖ, ਤੂੰ ਹਾਲੇ ਤੱਕ ਰੱਬ ਦੀ ਕਿਰਪਾ ਦਾ ਪਾਤਰ ਬਣਿਆ ਹੈ। ਕਿਉਂਕਿ ਬਹੁਤਾਤ ਲੋਕ ਨੇ, ਬੜੇ ਲੋਕ ਨੇ ਇਦਾਂ ਦੇ, ਜਿਹੜੇ ਇੱਕ ਪਾਸੇ ਰਿਸ਼ਵਤਖੋਰੀ, ਠੱਗੀ, ਚੋਰੀ ਕਰਦੇ ਨੇ, ਉਹਦੇ ਨਾਲ ਆਪਣੇ ਘਰ ਵਿੱਚ ਪਦਾਰਥ ਪੈਦਾ ਕਰ ਲਏ, ਉਸ ਤੋਂ ਬਾਅਦ
ਆਪਣੀ ਉਸੇ ਰਿਸ਼ਵਤਖੋਰੀ, ਠੱਗੀ, ਚੋਰੀ ਦੀ ਕਮਾਈ ਦੇ ਵਿੱਚੋਂ ਧਾਰਮਿਕ ਸਥਾਨ ਦੇ ਉੱਪਰ ਆ ਕੇ ਮਾਇਆ ਅਰਪਣ ਕਰਕੇ ਦਾਨੀ ਵੀ ਬਣ ਗਏ। ਹੁਣ ਗੁਰੂ ਨੇ ਇਹੋ ਜਿਹੇ ਲੋਕਾਂ ਦੀ ਸੇਵਾ ਨੂੰ ਪ੍ਰਵਾਨ ਨਹੀਂ ਕੀਤਾ, ਬਲਕਿ ਮੇਰੇ ਸਤਿਗੁਰੂ ਜੀ ਦੀ ਬਾਣੀ ਨੇ ਇਹ ਸ਼ਬਦ ਕਹੇ ਨੇ, ਕਹਿੰਦੇ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਭਾਵੇਂ ਦਾੜੀ ਨੂੰ ਇਹ ਇੱਜ਼ਤ ਹੈ ਸਾਡੀ, ਕਿਸੇ ਦੀ ਦਾੜੀ ਫੜਨੀ, ਉਹਦੀ ਇੱਜ਼ਤ ਨੂੰ ਹੱਥ ਪਾਉਣਾ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਲੋਕਾਂ ਨੇ ਗਰੀਬਾਂ ਦਾ ਉਜਾੜਾ ਪਾ ਕੇ ਸੰਘਾਰ ਕਰਕੇ ਦੁਨੀਆ ਵਿੱਚ ਲੁੱਟ ਮਚਾਈ, ਉਹਨਾਂ ਦੀ ਤੇ ਇੱਜ਼ਤ ਹੀ ਖਤਮ ਹੋ ਗਈ ਹੈ। ਤਾਂ ਤੇ ਅੱਜ ਵੀ ਆਪਾਂ ਹਾਕਮ ਨੂੰ ਵੇਖ ਸਕਦੇ ਹਾਂ, ਭਾਵੇਂ ਇਸ ਹਾਕਮ ਨੇ ਆਪਣੀ ਦਾੜੀ ਵਧਾ ਲਈ ਹੈ, ਆਪਣੇ ਆਪ ਨੂੰ ਬੜਾ ਇਹਨੇ ਬਾਹਰੀ ਤੌਰ ਤੇ ਸ਼ਿੰਗਾਰਿਆ, ਪਰ ਲੋਕ ਲਾਹਣਤਾਂ ਪਾ ਰਹੇ ਨੇ। ਲੋਕਾਂ ਦੀ ਇਹ ਇੱਜ਼ਤ ਦਾ ਪਾਤਰ ਨਹੀਂ ਬਣਿਆ, ਬਲਕਿ ਲੋਕਾਂ ਵੱਲੋਂ ਹੀ ਲਾਹਣਤਾਂ ਪਾਈਆਂ ਜਾ ਰਹੀਆਂ ਵੀ ਇਹੋ ਜਿਹਾ ਹਾਕਮ, ਇਹੋ ਜਿਹਾ ਭੈੜੀ ਨੀਅਤ ਵਾਲਾ, ਇਹੋ ਜਿਹੇ ਕਾਲੇ ਮੂੰਹ ਵਾਲਾ ਬੰਦਾ ਜਿਹੜਾ ਹੈ, ਇਹਨੇ ਦੁਨੀਆ ਦਾ ਉਜਾੜਾ ਪਾਇਆ। ਹੁਣ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਵੀ ਸ਼ੋਭਾ ਨਹੀਂ ਖੱਟ ਰਿਹਾ, ਇੱਜ਼ਤ ਨਹੀਂ ਪ੍ਰਾਪਤ ਕਰ ਰਿਹਾ, ਬਲਕਿ ਹਰ ਪੱਖ ਤੋਂ ਉਹਨੂੰ ਲਾਹਣਤਾਂ ਨੇ, ਕਿਉਂਕਿ ਆਪਣੀ ਜ਼ਿੰਦਗੀ ਦੇ ਅੰਦਰ ਉਹ ਸੰਭਾਲ ਕਰਨ ਵਾਲਾ ਨਹੀਂ ਬਣਿਆ, ਸੰਘਾਰ ਕਰਨ ਵਾਲਾ ਬਣਿਆ। ਤਾਂ ਹੀ ਤੇ ਅੱਜ ਵੀ ਮੀਡੀਆ ਦੇ ਵਿੱਚ ਬੜੇ ਲੋਕ ਨੇ ਕਹਿੰਦੇ ਸਾਨੂੰ ਤੇ ਸੰਭਾਲ ਚਾਹੀਦੀ ਸੀ, ਪਰ ਇਹ ਤੁਹਾਡਾ ਫਰਜ਼ ਸੀ ਲੋਕਾਂ ਦੇ ਲਈ ਆਕਸੀਜਨ ਪੈਦਾ ਕਰਨੀ, ਪਰ ਤੁਸੀਂ ਆਪਣੇ ਜੀਵਨ ਦੇ ਵਿੱਚ ਧਾਰਮਿਕ ਭਾਵਨਾਵਾਂ ਪੈਦਾ ਕਰਕੇ ਖਿਲਵਾੜ ਕਰਦੇ ਹੋ। ਰੱਬ ਦਾ ਨਾਮ ਵਰਤ ਕੇ ਉਜਾੜਾ ਪਾਉਣ ਵਾਲੇ ਬਣੇ, ਸੰਭਾਲ ਕਰਨ ਵਾਲੇ ਨਹੀਂ। ਤੇ ਜਿਸ ਵੇਲੇ ਗੁਰੂ ਨਾਨਕ ਦੇ ਘਰ ਦੇ ਵਿੱਚ ਗੱਲ ਚੱਲੀ, ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ, ਉਹਨਾਂ ਨੇ ਸੰਘਾਰ ਨਹੀਂ ਕੀਤਾ ਬਲਕਿ ਸੰਭਾਲ ਕੀਤੀ। ਆਪਾਂ ਇਤਿਹਾਸ ਫਰੋਲ ਕੇ ਵੇਖ ਸਕਦੇ ਹਾਂ, ਆ ਪਿਛਲਾ ਇਤਿਹਾਸ ਫਰੋਲ ਕੇ ਵੇਖੋ, ਜਦੋਂ ਸਰਕਾਰਾਂ ਦੇ ਹੱਥ ਖੜੇ ਹੋ ਗਏ, ਉਦੋਂ ਗੁਰੂ ਕੇ ਸਿੱਖਾਂ ਨੇ, ਅਨੇਕਾਂ ਗੁਰੂ ਪਿਆਰਿਆਂ ਨੇ, ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ ਹੋਏ ਸੀ, ਵੱਖ-ਵੱਖ ਧਰਮ ਦੇ ਲੋਕਾਂ ਨੇ ਆਪਣੇ ਵੱਲੋਂ ਦਸਵੰਧ ਇਕੱਠਾ ਕਰਕੇ ਮਨੁੱਖਤਾ ਦੀ ਭਲਾਈ ਦੇ ਲਈ ਉਦਮ ਕੀਤਾ। ਤੇ ਅੱਜ ਇਹੋ ਜਿਹੇ ਲੋਕ ਵੀ ਨੇ, ਪੜਨ ਵਿੱਚ ਆਇਆ ਜਿਹੜਾ 2000 ਦਾ ਸਿਲੰਡਰ ਆਕਸੀਜਨ ਦਾ ਅੱਜ ਬਲੈਕ ਵਿੱਚ 30,000 ਦਾ ਵੇਚਦੇ ਨੇ, ਪਰ ਉੱਥੇ ਹੀ ਗੁਰੂ ਕੇ ਸਿੱਖਾਂ ਨੇ ਆਪਣੇ ਮਾਲਕ ਦੀ ਕਿਰਪਾ ਦੇ ਪਾਤਰ ਬਣ ਕੇ 2000 ਰੁਪਇਆ ਵੀ ਛੱਡ ਦਿੱਤਾ, ਬਲਕਿ ਜਿਹਨੂੰ ਵੀ ਲੋੜ ਹੈ ਉਹ ਫ੍ਰੀ ਆਕਸੀਜਨ ਸਾਡੇ ਕੋਲੋਂ ਪ੍ਰਾਪਤ ਕਰ ਸਕਦਾ, ਤਾਂ ਕਿ ਕਿਸੇ ਦੀ ਜ਼ਿੰਦਗੀ ਬਚ ਜਾਵੇ, ਕਿਸੇ ਦਾ ਜੀਵਨ ਬਚ ਜਾਵੇ। ਜਿਹੜੇ ਕਿਰਪਾ ਦੇ ਪਾਤਰ ਬਣੇ ਉਹ ਸੰਭਾਲ ਕਰਦੇ ਨੇ, ਤੇ ਜਿਹੜੇ ਰਾਮ ਦਾ ਨਾਮ ਵਰਤ ਕੇ ਵੀ ਆਪਣੇ ਜੀਵਨ ਦੇ ਵਿੱਚ ਭੈੜੇ ਕਰਮਾਂ ਨੂੰ ਤਿਆਗਦੇ, ਉਹ ਸੰਘਾਰ ਕਰਨ ਵਾਲਿਆਂ ਵਿੱਚ ਆਉਂਦੇ ਨੇ। ਅੱਜ ਗੁਰੂ ਕੇ ਸਿੱਖਾਂ ਦੀ ਸ਼ੋਭਾ ਹੈ ਜਗਤ ਦੇ ਵਿੱਚ, ਕਿਉਂਕਿ ਇਹ ਸੰਭਾਲ ਕਰਨ ਵਾਲੇ ਨੇ। ਇਹਨਾਂ ਨੂੰ ਕਿਹਾ ਜਾ ਸਕਦਾ ਤੁਸੀਂ ਰੱਬ ਦੀ ਕਿਰਪਾ ਦੇ ਪਾਤਰ ਬਣੇ। ਤੇ ਜਿਹੜਾ ਹਾਕਮ ਕੁਰਸੀ ਤੇ ਬੈਠ ਕੇ ਵੀ ਆਪਣੇ ਜੀਵਨ ਦੇ ਵਿੱਚ ਮਨੁੱਖਤਾ ਦਾ ਭਲਾ ਨਹੀਂ ਕਰ ਸਕਦਾ, ਤੇ ਉਹਨੂੰ ਤੇ ਲੋਕ ਲਾਹਣਤਾਂ ਪਾਉਂਦੇ ਨੇ। ਇਹੋ ਜਿਹੇ ਰੱਬ ਦੀ ਕਿਰਪਾ ਦੇ ਪਾਤਰ ਨਹੀਂ ਬਣੇ। ਕੋਈ ਕਹਿ ਸਕਦਾ ਵੀ ਪ੍ਰਧਾਨ ਮੰਤਰੀ ਕੋਲ ਤੇ ਬੜੀਆਂ ਮੋਟਰ ਗੱਡੀਆਂ, ਆਪਾਂ ਕਵਾਂਗੇ ਵੀ ਇਹ ਬੜੀ ਕਿਰਪਾ ਇਹਦੇ ਉੱਤੇ ਰੱਬ ਦੀ, ਲੋਕ ਲਾਹਣਤਾਂ ਪਾਉਂਦੇ ਆ। ਤੇ ਜਿਹਨੇ ਆਪਣੇ ਜੀਵਨ ਦੇ ਵਿੱਚ ਪਿੱਛੇ ਜੇ ਇੱਕ ਬੇਨਤੀ ਕੀਤੀ ਸੀ, ਜਦੋਂ ਕਿਸਾਨ ਮੋਰਚਾ ਲੱਗਿਆ, ਉਦੋਂ ਇੱਕ ਪਿਆਰਾ, ਇੱਕ ਮਨੁੱਖ ਸਾਈਕਲ ਦੇ ਉੱਪਰ ਦਿੱਲੀ ਦੀ ਧਰਤੀ ਤੇ ਪਹੁੰਚਿਆ, ਤੇ ਦਿੱਲੀ ਦੀ ਧਰਤੀ ਉੱਪਰ ਪਹੁੰਚ ਕੇ ਆਪਣੀ 10 ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ 100 ਰੁਪਏ ਦੀ ਪਰਚੀ ਜਿਹੜੀ ਹੈ ਉਹ ਕਿਸਾਨ ਫੰਡ ਵਿੱਚ ਕਟਾਉਂਦਾ। ਕਹਿੰਦਾ ਮੇਰੇ ਕੋਲ ਇੰਨੀ ਕਿ ਸਮਰੱਥਾ, ਬਸ ਮੈਂ ਚਾਹੁੰਦਾ ਸੀ ਆਪਣਾ ਯੋਗਦਾਨ ਇਸ ਸੇਵਾ ਵਿੱਚ ਪਾ ਸਕਾਂ। ਹੁਣ ਇਹੋ ਜਿਹੇ ਲੋਕਾਂ ਉੱਪਰ ਰੱਬ ਦੀ ਕਿਰਪਾ ਹੈ, ਜਿਹੜੇ ਆਪਣੇ
ਮਾਇਆ ਦੇ ਵਿੱਚੋਂ ਥੋੜਾ ਜਿਹਾ ਦਸਵੰਧ ਕੱਢ ਕੇ ਵੀ ਮਨੁੱਖਤਾ ਦੀ ਭਲਾਈ ਲਈ ਉਦਮ ਕਰਦੇ ਨੇ। ਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕੇਅਰ ਫੰਡ ਦੇ ਨਾਮ ਦੇ ਉੱਪਰ ਕਰੋੜਾਂ ਅਰਬਾਂ ਰੁਪਏ ਇਕੱਠੇ ਕਰ ਲਏ, ਮਨੁੱਖਤਾ ਦਾ ਉਜਾੜਾ ਪਾਉਣ ਵਾਲੇ ਬਣ ਗਏ। ਮੇਰੇ ਸਤਿਗੁਰੂ ਜੀ ਕਹਿੰਦੇ ਧਿਆਨ ਰੱਖੋ, ਜਿਹਦੇ ਉੱਪਰ ਰੱਬ ਦੀ ਕਿਰਪਾ ਹੋਈ, ਦੋ ਸ਼ਬਦ ਨੇ, ਇੱਕ ਹੈ ਸੰਘਾਰ ਕਰਨਾ ਤੇ ਇੱਕ ਹੈ ਸੰਭਾਲ ਕਰਨੀ। ਜਿਹੜੇ ਕਿਰਪਾ ਦੇ ਪਾਤਰ ਬਣੇ ਉਹ ਮਨੁੱਖਤਾ ਦੀ ਸੰਭਾਲ ਕਰਨ ਵਾਲੇ ਬਣਦੇ ਨੇ, ਤੇ ਜਿਹੜੇ ਕਿਰਪਾ ਤੋਂ ਵਾਂਝੇ ਨੇ ਉਹ ਸੰਘਾਰ ਕਰਨ ਵਾਲੇ ਬਣਦੇ ਨੇ, ਉਹ ਕਿਸੇ ਵੀ ਰੂਪ ਵਿੱਚ ਹੋਣ। ਸੰਘਾਰ ਕਰਨ ਦਾ ਮਤਲਬ ਕਿਸੇ ਨੂੰ ਮੌਤ ਦੇ ਘਾਟ ਉਤਾਰਨਾ ਨਹੀਂ, ਕਿਸੇ ਦੀ ਧਨ ਦੌਲਤ ਨੂੰ ਲੁੱਟਣਾ, ਕਿਸੇ ਦੇ ਜੀਵਨ ਦੇ ਅੰਦਰ ਅਨੇਕਾਂ ਖੁਸ਼ੀਆਂ ਦਾ ਉਜਾੜਾ ਪਾ ਦੇਣਾ, ਸੰਘਾਰ ਕਰਨਾ ਹੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ, ਗੁਰੂ ਕਿਆ ਸਿੱਖਾ ਹੈ ਪਿਆਰੇ, ਆਪਣੀ ਜ਼ਿੰਦਗੀ ਦੇ ਵਿੱਚ ਕਰਮਾਂ ਪ੍ਰਤੀ ਸੁਚੇਤ ਹੋ ਕੇ ਧਿਆਨ ਮਾਰ ਕੇ ਵੇਖ, ਤੂੰ ਕਰਮ ਕਰਕੇ ਦੁਨੀਆ ਦੀ ਸੰਭਾਲ ਕਰਦਾ ਹੈ ਜਾਂ ਦੁਨੀਆ ਦਾ ਸੰਘਾਰ ਕਰਦਾ ਹੈ। ਜੇ ਕਿਰਪਾ ਹੋਈ ਰੱਬ ਦੇ ਤੇਰੇ ਉੱਪਰ, ਫਿਰ ਦੁਨੀਆ ਦੀ ਸੰਭਾਲ ਕਰੇਗਾ, ਤੇ ਜੇ ਕਿਰਪਾ ਤੋਂ ਵਾਂਝਾ, ਫਿਰ ਸੰਘਾਰ ਕਰਨ ਦੇ ਵਿੱਚ, ਦੁਨੀਆ ਦਾ ਉਜਾੜਾ ਪਾਉਣ ਦੇ ਵਿੱਚ ਹੀ ਤੇਰਾ ਹਿੱਸਾ ਹੋਵੇਗਾ। ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਲਕ ਜੀ, ਸਾਰੇ ਜੀ ਤੇਰੇ ਨੇ ਤੇ ਤੂੰ ਤਾਰਨ ਵਾਲਾ ਹੈ, ਤੂੰ ਤਾਰਨ ਵਾਲਾ ਹੈ। ਛੁੱਟੈ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਮੰਡ ਉਧਾਰੈ ਰਹਾਓ। ਮੇਰੇ ਮਾਲਕ ਜੀ, ਜਦੋਂ ਤੇਰੀ ਕਿਰਪਾ ਹੁੰਦੀ, ਅਨੇਕਾਂ ਲੋਕ ਜਿਹੜੇ ਭੈੜੇ ਕਰਮ ਕਰਨ ਵਾਲੇ ਨੇ ਉਹ ਮੁਕਤ ਹੋ ਜਾਂਦੇ ਨੇ ਤੇਰੀ ਕਿਰਪਾ ਦੇ ਨਾਲ। ਜਿਨ੍ਹਾਂ ਉੱਪਰ ਤੇਰੀ ਕਿਰਪਾ ਹੋਈ ਉਹ ਪਾਪਾਂ ਤੋਂ ਮੁਕਤ ਹੋਏ ਨੇ, ਭੈੜੇ ਕਰਮਾਂ ਨੂੰ ਤਿਆਗਦੇ ਨੇ। ਤੇ ਕਿਰਪਾ ਦੇ ਪਾਤਰ ਕਿਵੇਂ ਬਣ ਸਕਦੇ ਆ, ਇਹ ਬੇਨਤੀ ਕਰ ਚੁੱਕਿਆ ਹਾਂ ਕਿ ਜਦੋਂ ਗੁਰੂ ਦੇ ਵੱਲ ਸਾਡਾ ਧਿਆਨ ਹੋਵੇ, ਫਿਰ ਗੁਰੂ ਦੇ ਬਚਨ ਪਿਆਰਾ ਸੱਚ ਕਰਕੇ ਮੰਨਦਾ ਹੈ। ਸਤ ਬਚਨ ਕਹਿ ਕੇ ਗੁਰੂ ਦੇ ਹਰ ਇੱਕ ਬਚਨ ਨੂੰ ਪ੍ਰਵਾਨ ਕਰਦਾ, ਫਿਰ ਉਹ ਭੈੜੇ ਕਰਮਾਂ ਤੋਂ ਮੁਕਤ ਹੁੰਦਾ ਹੈ। ਜਿਹਦਾ ਗੁਰੂ ਦੇ ਉੱਪਰ ਵਿਸ਼ਵਾਸ, ਜਿਹੜਾ ਗੁਰੂ ਵੱਲ ਆਪਣੀ ਸੁਰਤ ਨੂੰ ਜੋੜ ਕੇ ਜੀਵਨ ਬਤੀਤ ਕਰੇ, ਉਹ ਭੈੜੇ ਕਰਮਾਂ ਨੂੰ ਤਿਆਗਦਾ ਹੈ, ਸੰਘਾਰ ਨਹੀਂ ਕਰਦਾ, ਉਹ ਸੰਭਾਲ ਕਰਨ ਦੇ ਵਿੱਚ ਉਦਮ ਕਰ ਮਿਹਨਤ ਕਰਦਾ ਹੈ। ਇਤਿਹਾਸ ਦੇ ਵਿੱਚ ਇੱਕ ਬੜੀ ਪਿਆਰੀ ਸਾਖੀ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਇੱਕ ਪਿਆਰੇ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਹੁਣ ਸਿੱਖੀ ਦੀ ਜਿਹਨੇ ਦਾਤ ਪ੍ਰਾਪਤ ਕੀਤੀ ਹੈ, ਉਹਦੇ ਲਈ ਤੇ ਹੁਕਮ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ, ਗੁਰੂ ਦੇ ਕਹੇ ਅਨੁਸਾਰ ਜੀਵਨ ਬਣਾਉਣਾ, ਇਹ ਉਹਦਾ ਫਰਜ਼ ਹੈ। ਹੁਣ ਇਹ ਜਿਹੜਾ ਸਿੱਖ ਹੈ, ਸਿੱਖੀ ਧਾਰਨ ਕਰਨ ਤੋਂ ਬਾਅਦ ਗੁਰੂ ਦੇ ਹੁਕਮ ਕਮਾਉਣ ਦਾ ਬੜਾ ਰੌਲਾ ਪਾਉਂਦਾ ਵੀ ਮੈਂ ਗੁਰੂ ਦਾ ਹੁਕਮ ਕਮਾਵਾਂਗਾ। ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪਿਆਰੇ ਨੂੰ ਕਈ ਵਾਰੀ ਸ਼ਬਦ ਕਹਿਣੇ ਕਿ ਪਿਆਰਿਆ, ਗੱਲਾਂ ਨਾਲ ਨਹੀਂ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਿਆ ਕਰ, ਕਿਸੇ ਗਰੀਬ ਦੀ ਮਦਦ ਕਰਿਆ ਕਰ, ਬਾਣੀ ਪੜ੍ਹਿਆ ਕਰ, ਬਾਣੀ ਸੁਣਿਆ ਕਰ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕਹਿਣੇ ਇਸ ਸਿੱਖ ਨੂੰ, ਤੇ ਇਹਨੇ ਅੱਗੋਂ ਜਵਾਬ ਦੇਣਾ, ਕਹਿੰਦੇ ਬਾਬਾ ਬੁੱਢਾ ਸਾਹਿਬ, ਮੈਂ ਤੇਰਾ ਸਿੱਖ ਨਹੀਂ, ਮੈਂ ਗੁਰੂ ਅੰਗਦ ਸਾਹਿਬ ਜੀ ਦਾ ਸਿੱਖ ਹਾਂ। ਗੁਰੂ ਅੰਗਦ ਸਾਹਿਬ ਮਹਾਰਾਜ ਜੋ ਹੁਕਮ ਕਰਨਗੇ ਉਹ ਮੰਨਾਂਗਾ, ਮੈਂ ਤੁਹਾਡਾ ਹੁਕਮ ਕਿਉਂ ਮੰਨਾਂ। ਵੈਸੇ ਤੇ ਸਿੱਖ ਬਣਨ ਤੋਂ ਬਾਅਦ ਇਹ ਹੁਕਮ ਹੈ ਸਾਡੇ ਸਤਿਗੁਰੂ ਜੀ ਦਾ ਵੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜਿੱਥੋਂ ਵੀ ਤੈਨੂੰ ਗੁਰੂ ਦੀ ਸਿੱਖਿਆ ਮਿਲਦੀ ਨਾ, ਉਹਨੂੰ ਪ੍ਰਾਪਤ ਕਰ, ਉਹਨੂੰ ਪ੍ਰਾਪਤ ਕਰ। ਸਤਿਗੁਰੂ ਜੀ ਨਾਨਕ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਸੀ, ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਹੇ ਪਿਆਰੇ, ਜਿਸ ਘਰ ਦੇ ਵਿੱਚੋਂ ਵੀ, ਭਾਵ ਜਿਸ ਵੀ ਪਿਆਰੇ ਦੇ ਕੋਲੋਂ ਕਰਤੇ ਦੀ ਕੀਰਤੀ ਪ੍ਰਾਪਤ ਹੋ ਜਾਵੇ, ਰੱਬ ਦੀ ਸਿਫਤ ਸਲਾਹ ਦੇ ਬੋਲ ਤੈਨੂੰ ਮਿਲਦੇ ਹੋਣ, ਉਸ ਘਰ ਦੇ ਨਾਲ, ਉਸ ਪਿਆਰੇ ਦੇ ਨਾਲ ਸਾਂਝ ਬਣਾ ਕੇ ਰੱਖੀ। ਇਹਦੇ ਵਿੱਚ ਤੇਰੀ ਇੱਜ਼ਤ ਹੈ, ਤੇਰਾ ਭਲਾ ਹੈ। ਗੁਰੂ ਦਾ ਤੇ ਹੁਕਮ ਇਹ ਸੀ। ਪਰ ਇਹ ਅੱਗੋਂ ਜਵਾਬ ਦਿੰਦਾ, ਕਹਿੰਦੇ ਗੁਰੂ ਅੰਗਦ ਸਾਹਿਬ, ਮੈਂ ਤੁਹਾਡਾ ਸਿੱਖ ਥੋੜੀ ਹਾਂ,
ਜੇ ਤੁਹਾਡੀ ਗੱਲ ਮੰਨਾਂ, ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਅੰਗਦ ਸਾਹਿਬ ਜੀ ਜੋ ਹੁਕਮ ਕਰਨਗੇ ਮੰਨਾਂਗਾ, ਜਦੋਂ ਕਰਨਗੇ ਮੰਨਾਂਗਾ, ਤੁਹਾਡੀ ਗੱਲ ਨਹੀਂ ਮੰਨਣੀ। ਇਹ ਗੱਲ ਚਲਦੀ ਚਲਦੀ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚੀ ਹੈ। ਸਤਿਗੁਰੂ ਜੀ ਸੰਗਤ ਨੂੰ ਉਪਦੇਸ਼ ਦੇ ਰਹੇ ਨੇ, ਵਿੱਚ ਹੀ ਇਹ ਸਿੱਖ ਬੈਠਾ। ਸਾਹਿਬ ਜੀ ਨੇ ਉੱਥੇ ਗੱਲ ਸਮਝਾਈ, ਕਹਿੰਦੇ ਅਸਲ ਵਿੱਚ ਸੇਵਕ ਕੌਣ ਹੈ? ਜਿਹੜਾ ਆਪਣੇ ਜੀਵਨ ਵਿੱਚ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਦਾ ਹੈ। ਨਾਲ ਹੀ ਗੱਲ ਸਮਝਾਈ ਕਿ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਵੀ ਜਿਹੜਾ ਆਪਣੇ ਜੀਵਨ ਵਿੱਚ ਚਾਕਰੀ ਕਰਦਾ ਹੋਇਆ ਵੀ ਸਿੱਖ ਬਣ ਕੇ ਵੀ ਅਹੰਕਾਰ ਕਰੇ, ਹਉਮੈ ਕਰੇ, ਉਹ ਆਪਣੇ ਮਾਲਕ ਦੇ ਨਾਮ ਦਾ ਸਵਾਦ ਨਹੀਂ ਪ੍ਰਾਪਤ ਕਰ ਸਕਦਾ ਕਦੇ। ਫਿਰ ਹੁਕਮ ਕਰ ਦਿੱਤਾ, ਬਚਨ ਕਹਿ ਦਿੱਤੇ ਕਿ ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ, ਆਸ਼ਿਕ ਇਹ ਨਾ ਆਖੀਆਂ ਜੇ ਲੇਖੈ ਵਰਤੈ ਸੋਏ। ਵੀ ਉਹਨੂੰ ਸੇਵਕ ਨਹੀਂ ਕਹਿੰਦੇ, ਉਹਨੂੰ ਸੱਚਾ ਪ੍ਰੀਤਬਾਨ ਨਹੀਂ ਕਹਿੰਦੇ ਜਿਹੜਾ ਚੰਗੇ ਨੂੰ ਚੰਗਾ ਕਰਕੇ ਮੰਨੇ ਤੇ ਜਦੋਂ ਮਾੜਾ ਹੋ ਜਾਵੇ ਫਿਰ ਰੱਬ ਨੂੰ ਮਾੜਾ ਕਹਿਣ ਲੱਗ ਜਾਵੇ। ਇਹੋ ਜਿਹਾ ਸੱਚਾ ਆਸ਼ਿਕ ਨਹੀਂ ਹੁੰਦਾ। ਉਹ ਤੇ ਹਰ ਇੱਕ ਹੁਕਮ ਪ੍ਰਵਾਨ ਕਰਦਾ ਹੈ ਆਪਣੇ ਮਾਲਕ ਦਾ, ਭਾਵੇਂ ਦੁੱਖ ਵਾਲਾ ਹੋਵੇ, ਭਾਵੇਂ ਸੁੱਖ ਵਾਲਾ ਹੋਵੇ, ਭਾਵੇਂ ਭੁੱਖ ਵਾਲਾ, ਉਹ ਤੇ ਹੁਕਮ ਪ੍ਰਵਾਨ ਕਰਦਾ। ਹੁਣ ਸਤਿਗੁਰੂ ਜੀ ਨੇ ਇਹ ਸਿੱਖਿਆ ਦਿੰਦਿਆਂ ਹੋਇਆਂ ਇਸ ਸਿੱਖ ਨੂੰ ਆਪਣੇ ਕੋਲ ਬੁਲਾਇਆ, ਕਹਿੰਦੇ ਪਿਆਰਿਆ ਸੁਣਿਆ ਏ ਤੂੰ ਹਰ ਇੱਕ ਸਿੱਖ ਨੂੰ ਜਵਾਬ ਦੇ ਦੇਣਾ ਤੇ ਅੱਗੋਂ ਕਹਿਣਾ ਵੀ ਜੋ ਗੁਰੂ ਜੀ ਹੁਕਮ ਕਰਨਗੇ ਉਹੀ ਮੰਨਾਂਗਾ। ਵੈਸੇ ਤੇ ਗੁਰੂ ਦੇ ਸਿੱਖ ਵੀ ਗੁਰੂ ਦਾ ਹੁਕਮ ਹੀ ਵੰਡਦੇ ਨੇ, ਤੈਨੂੰ ਮੰਨਣਾ ਚਾਹੀਦਾ ਸੀ। ਹੁਣ ਵੀ ਇਹ ਸਿੱਖ ਬੜਾ ਆਕੜ ਕੇ ਗੱਲ ਕਹਿੰਦਾ, ਕਹਿੰਦੇ ਸੱਚੇ ਪਿਤਾ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਹੁਕਮ ਕਰਕੇ ਵੇਖੋ ਮੈਂ ਮੰਨਾਂਗਾ। ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਹੁਕਮ ਕਰੋਗੇ ਮੰਨਾਂਗਾ, ਕਿਸੇ ਹੋਰ ਦਾ ਨਹੀਂ। ਮੇਰੇ ਸਤਿਗੁਰੂ ਜੀ ਨੇ ਫਿਰ ਹੁਕਮ ਕੀਤਾ, ਕਹਿੰਦੇ ਫਿਰ ਇਉਂ ਕਰ, ਅੱਗ ਵਿੱਚ ਸੜ ਕੇ ਮਰ ਜਾ, ਅੱਗ ਵਿੱਚ ਸੜ ਕੇ ਮਰ ਜਾ, ਤੈਨੂੰ ਹੁਕਮ ਅਸੀਂ ਕਰਦੇ ਹਾਂ ਵੀ ਸੜ ਕੇ ਹੀ ਮਰ ਜਾ। ਹੁਣ ਇਹ ਸਿੱਖ ਬੜਾ ਹੈਰਾਨ ਹੋਇਆ ਵੀ ਸਤਿਗੁਰੂ ਜੀ ਨੇ ਕਿੱਦਾਂ ਦਾ ਹੁਕਮ ਕਰ ਦਿੱਤਾ ਮਰਨ ਦਾ। ਕਿਉਂਕਿ ਮਨ ਵਿੱਚ ਵਿਚਾਰ ਸੀ, ਜੇ ਗੁਰੂ ਜੀ ਕਹਿਣਗੇ ਭਾਂਡੇ ਮਾਂਜਿਆ ਕਰ, ਮੈਂ ਭਾਂਡੇ ਮਾਂਜ ਦਿਆ ਕਰਾਂਗਾ। ਜੇ ਗੁਰੂ ਜੀ ਲੰਗਰ ਪਕਾਉਣ ਦੀ ਜਾਂ ਲੰਗਰ ਵਰਤਾਉਣ ਦੀ ਸੇਵਾ ਲਾਉਣਗੇ, ਮੈਂ ਲੰਗਰ ਵਰਤਾਉਣ ਲੱਗ ਜਾਵਾਂਗਾ, ਛਕਾਉਣ ਲੱਗ ਜਾਵਾਂਗਾ, ਬਣਾਉਣ ਲੱਗ ਜਾਵਾਂਗਾ। ਕੋਈ ਹੋਰ ਸੇਵਾ ਸਤ ਸੰਗਤ ਕਰਨ ਦੀ ਕਹਿਣ, ਬਾਣੀ ਪੜ੍ਹਨ ਦੀ ਕਹਿਣ, ਬਾਣੀ ਸੁਣਨ ਦੀ ਕਹਿਣ, ਬਾਣੀ ਗਾਉਣ ਦੀ ਕਹਿਣ, ਮੈਂ ਕਰਾਂਗਾ। ਸੋਚਿਆ ਤੇ ਇਹ ਸੀ ਗੁਰੂ ਜੀ ਏਦਾਂ ਹੁਕਮ ਕਰਨਗੇ, ਪਰ ਸਾਹਿਬ ਜੀ ਨੇ ਬਚਨ ਕਹਿਤੇ, ਕਹਿੰਦੇ ਸੜ ਕੇ ਮਰ ਜਾ ਅੱਗ ਵਿੱਚ। ਹੁਣ ਬੜਾ ਇਹ ਦੁਖੀ ਹੋਇਆ ਵੀ ਇਹ ਤੇ ਉਲਟੀ ਗੱਲ ਬਣ ਗਈ। ਕਿਉਂਕਿ ਜਿਨ੍ਹਾਂ ਨੇ ਗੁਰੂ ਨੂੰ ਧਿਆਨ ਵਿੱਚ ਰੱਖਿਆ ਹੋਇਆ ਉਹਨਾਂ ਲਈ ਸ਼ਬਦ ਨੇ, ਜੋ ਗੁਰ ਕਹੈ ਸੋਈ ਭਲ ਮਾਨੋ, ਧਿਆਨ ਵਿੱਚ ਰੱਖਣਾ। ਜੋ ਗੁਰੂ ਜੀ ਬਚਨ ਕਹਿੰਦੇ ਨੇ ਭਲੇ ਕਰਕੇ ਮੰਨਣੇ ਚਾਹੀਦੇ ਨੇ। ਪਰ ਹੁਣ ਸਿੱਖ ਬਣ ਕੇ ਵੀ ਗੁਰੂ ਤੋਂ ਬੇਮੁਖ ਹੋਇਆ ਪਿਆ। ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕਰ ਦਿੱਤਾ, ਕਹਿੰਦੇ ਭਾਈ ਲੱਕੜਾਂ ਇਕੱਠੀਆਂ ਕਰੋ, ਚਿਤਾ ਤਿਆਰ ਕਰੋ, ਇਹ ਹੁਕਮ ਮੰਨੇਗਾ। ਗੁਰੂ ਕੇ ਸਿੱਖਾਂ ਨੇ ਲੱਕੜਾਂ ਤਿਆਰ ਕੀਤੀਆਂ, ਚਿਤਾ ਤਿਆਰ ਹੋਈ ਪਈ ਹੈ ਤੇ ਇੱਕ ਕੋਲ ਖਲੋਤਾ ਕੰਬੀ ਜਾ ਰਿਹਾ, ਘਬਰਾਉਂਦਾ ਪਿਆ। ਮੌਤ ਦੇ ਕਰਕੇ ਇੱਕ ਰੰਗ ਉਤਰਦਾ, ਇੱਕ ਜਾਂਦਾ। ਬੜਾ ਪਸੀਨੋ ਪਸੀਨੀ ਘਬਰਾਇਆ ਪਿਆ। ਇਤਿਹਾਸ ਦੇ ਇਹ ਬੋਲ ਨੇ, ਕਹਿੰਦੇ ਨੇੜਿਓਂ ਹੀ ਇੱਕ ਚੋਰ ਠੱਗ ਲੁੱਟ ਖੋਹ ਕਰਨ ਵਾਲਾ ਲੰਘਿਆ ਜਾ ਰਿਹਾ। ਗੁਰੂ ਨਾਨਕ ਦੇ ਘਰ ਦੀ ਉਹਨੇ ਵੀ ਬੜੀ ਵਡਿਆਈ ਸੁਣੀ ਹੈ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਅਨੇਕਾਂ ਲੋਕ ਪਾਪਾਂ ਤੋਂ ਮੁਕਤ ਹੋ ਜਾਂਦੇ ਨੇ। ਗੁਰੂ ਜੀ ਕਿਰਪਾ ਕਰਦੇ ਨੇ, ਵਿਕਾਰਾਂ ਭਰਮਾਂ ਕਰਮ ਕਾਂਡਾਂ ਨੂੰ ਖਤਮ ਕਰ ਦਿੰਦੇ ਨੇ। ਗੁਰੂ ਨਾਨਕ ਦੇ ਘਰ ਦੀ ਵਡਿਆਈ ਇਸ ਚੋਰ ਨੇ ਵੀ ਸੁਣੀ ਹੈ ਪਿਆਰਿਓ। ਹੁਣ ਇਹ ਲੰਘਿਆ ਜਾ ਰਿਹਾ, ਕੀ ਵੇਖਦਾ ਹੈ? ਸਿੱਖ ਇਕੱਠੇ ਹੋ ਕੇ ਖੜੇ ਨੇ, ਚਿਤਾ ਤਿਆਰ ਹੋਈ ਪਈ ਹੈ, ਪਰ ਕੋਈ ਮੁਰਦਾ ਨਜ਼ਰ ਨਹੀਂ ਆਉਂਦਾ। ਬਾਕੀ ਸਿੱਖ ਬੜੇ ਸ਼ਾਂਤ ਹੋ ਕੇ ਖਲੋਤੇ ਨੇ। ਇੱਕ ਕੰਬਦਾ ਪਿਆ,
ਇੱਕ ਘਬਰਾਇਆ ਪਿਆ, ਇੱਕ ਪਸੀਨੋ ਪਸੀਨੀ ਹੋਇਆ ਪਿਆ। ਉਸ ਚੋਰ ਨੇ, ਉਸ ਲੁਟੇਰੇ ਨੇ, ਜਿਹੜਾ ਲੁੱਟ ਖੋਹ ਕਰਕੇ ਆਇਆ ਨਾ, ਸੰਘਾਰ ਕਰਕੇ ਆਇਆ, ਕਿਸੇ ਦੇ ਘਰ ਵਿੱਚ ਮਾਰ ਕਰਕੇ ਆਇਆ, ਉਜਾੜਾ ਪਾ ਕੇ ਆਇਆ। ਹੁਣ ਇਸ ਲੁਟੇਰੇ ਨੇ ਸਿੱਖਾਂ ਤੋਂ ਪੁੱਛਿਆ, ਕਹਿੰਦੇ ਕੀ ਭਾਣਾ ਵਾਪਰਿਆ? ਤੇ ਸਿੱਖ ਕਹਿੰਦੇ ਵੀ ਸਤਿਗੁਰੂ ਜੀ ਨੇ ਹੁਕਮ ਕੀਤਾ ਇਸ ਨੂੰ ਵੀ ਅੱਗ ਵਿੱਚ ਸੜ ਕੇ ਹੀ ਮਰ ਜਾ। ਤਾਂ ਇਹ ਘਬਰਾਇਆ ਪਿਆ, ਤਾਂ ਇਹ ਬੜਾ ਦੁਖੀ ਹੋਇਆ ਪਿਆ, ਤਾਂ ਇਹ ਬੜਾ ਤੜਫਿਆ ਪਿਆ ਹੈ, ਬੜਾ ਪਸੀਨੋ ਪਸੀਨੀ ਹੋਇਆ ਪਿਆ। ਹੁਣ ਇਸ ਲੁਟੇਰੇ ਦੇ ਮਨ ਵਿੱਚ ਇੱਕ ਵਿਚਾਰ ਆਈ ਵੀ ਭਲਿਆ ਤੂੰ ਬੜੇ ਪਾਪ ਕੀਤੇ ਨੇ, ਤੂੰ ਬੜੀਆਂ ਲੁੱਟਾਂ ਖੋਹਾਂ ਕੀਤੀਆਂ ਨੇ, ਤੂੰ ਬੜੇ ਲੋਕਾਂ ਦਾ ਘਰ ਉਜਾੜਿਆ, ਬੜਾ ਸੰਘਾਰ ਕੀਤਾ ਲੋਕਾਂ ਦਾ। ਜੇ ਤੂੰ ਗੁਰੂ ਦਾ ਹੁਕਮ ਕਮਾ ਲਵੇਂ ਤੈਨੂੰ ਮੁਕਤੀ ਮਿਲ ਸਕਦੀ ਪਾਪਾਂ ਤੋਂ। ਬਸ ਗੁਰੂ ਨੂੰ ਧਿਆਨ ਵਿੱਚ ਰੱਖਿਆ ਨਾ ਵੀ ਗੁਰੂ ਦੇ ਘਰ ਵਿੱਚ ਜਿਹੜਾ ਆਉਂਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਪਾਪਾਂ ਤੋਂ ਮੁਕਤ ਹੋ ਜਾਂਦਾ। ਹੁਣ ਲੁਟੇਰੇ ਦੇ ਮਨ ਵਿੱਚ ਇੱਕ ਵਿਚਾਰ ਆਈ ਵੀ ਜੇ ਤੂੰ ਗੁਰੂ ਦਾ ਹੁਕਮ ਕਮਾ ਲਵੇਂ ਤੂੰ ਪਾਪਾਂ ਤੋਂ ਮੁਕਤ ਹੋ ਸਕਦਾ, ਗੁਰੂ ਦੀ ਕਿਰਪਾ ਦੇ ਨਾਲ ਅੱਜ ਤੇਰੇ ਕੋਲ ਮੌਕਾ ਹੈ। ਆਪਣੇ ਗੁਰੂ ਨੂੰ ਧਿਆਨ ਵਿੱਚ ਰੱਖ ਕੇ ਜਿਸ ਸਿੱਖ ਨੂੰ ਹੁਕਮ ਕੀਤਾ ਗਿਆ ਨਾ ਵੀ ਮਰ ਕੇ ਛੜ ਕੇ ਮਰ ਜਾ, ਉਹਦੇ ਕੋਲ ਇਹ ਲੁਟੇਰਾ ਪਹੁੰਚਿਆ। ਕਹਿੰਦੇ ਭਲਿਆ ਇੱਕ ਤੇਰੇ ਨਾਲ ਮੈਂ ਸੌਦਾ ਕਰ ਲੈਣਾ, ਇਉਂ ਕਰ ਆ ਜਿਹੜਾ ਗੁਰੂ ਨੇ ਤੈਨੂੰ ਹੁਕਮ ਦਿੱਤਾ ਇਹ ਮੇਰੀ ਝੋਲੀ ਵਿੱਚ ਪਾ ਦੇ। ਆ ਜਿੰਨੀ ਮੇਰੇ ਕੋਲ ਧਨ ਦੌਲਤ ਹੈ ਇਹ ਸਾਰੀ ਦਾ ਮਾਲਕ ਤੂੰ ਹੋਵੇਂ, ਮੈਂ ਤੈਨੂੰ ਧਨ ਦੌਲਤ ਦਿੰਦਾ, ਬਸ ਤੂੰ ਗੁਰੂ ਦਾ ਹੁਕਮ ਮੈਨੂੰ ਦੇ ਦੇ, ਮੈਂ ਤੇਰੇ ਵੰਡੇ ਮੌਤ ਪ੍ਰਵਾਨ ਕਰਦਾ, ਮੈਂ ਮਰਨ ਲਈ ਤਿਆਰ ਹਾਂ, ਤੂੰ ਧਨ ਦੌਲਤ ਪ੍ਰਾਪਤ ਕਰ। ਹੁਣ ਜਿਹੜਾ ਘਬਰਾਇਆ ਹੋਇਆ ਉਹਨੂੰ ਕੀ ਹੋਰ ਕੀ ਚਾਹੀਦਾ, ਉਹ ਤਾਂ ਬੜਾ ਖੁਸ਼ ਹੋਇਆ। ਜੇ ਭੁੱਖੇ ਨੂੰ ਭੋਜਨ ਮਿਲ ਜਾਵੇ, ਜਿਹਨੂੰ ਮੌਤ ਦੀ ਸਜ਼ਾ ਮਿਲੀ ਹੋਵੇ, ਜੇ ਉਹਨੂੰ ਜੀਵਨ ਦਾ ਕੋਈ ਰਸਤਾ ਮਿਲ ਜਾਵੇ ਤੇ ਉਹ ਤੇ ਬੜਾ ਖੁਸ਼ ਹੋਵੇ। ਹੁਣ ਇਹ ਸਿੱਖ ਬੜਾ ਖੁਸ਼ ਹੋਇਆ, ਕਹਿੰਦੇ ਲੈ ਤੈਨੂੰ ਮੈਂ ਗੁਰੂ ਦਾ ਹੁਕਮ ਦਿੰਦਾ, ਤੂੰ ਗੁਰੂ ਦਾ ਹੁਕਮ ਕਮਾ। ਉਹ ਲੁਟੇਰੇ ਦੀ ਧਨ ਦੌਲਤ ਲੈ ਕੇ ਉਥੋਂ ਨਿਕਲ ਚੁਤਰਿਆ। ਜਿਹੜਾ ਸੰਘਾਰ ਕਰਨ ਵਾਲਾ ਸੀ, ਜਿਹੜਾ ਆਪਣੇ ਜੀਵਨ ਵਿੱਚ ਲੋਕਾਂ ਦੇ ਘਰਾਂ ਵਿੱਚ ਲੁੱਟ ਮਾਰ ਕਰਨ ਵਾਲਾ ਸੀ, ਇਹ ਗੁਰੂ ਦਾ ਹੁਕਮ ਕਮਾ ਕੇ ਮਰਨ ਲਈ ਤਿਆਰ ਹੋ ਚੁੱਕਿਆ ਹੈ। ਜਦੋਂ ਅੱਗ ਦੇ ਵਿੱਚ ਸੜਨ ਦੇ ਲਈ ਆਪਣੇ ਆਪ ਨੂੰ ਬਿਠਾਉਣ ਲੱਗਿਆ, ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ, ਕਹਿੰਦੇ ਇਹਨੂੰ ਸੜਨ ਨਹੀਂ ਦੇਣਾ, ਬਲਕਿ ਇਹਨੂੰ ਮੇਰੇ ਦਰਬਾਰ ਵਿੱਚ ਲੈ ਕੇ ਆ। ਸਾਹਿਬ ਜੀ ਨੇ ਉਹਦੇ ਉੱਤੇ ਕਿਰਪਾ ਕੀਤੀ, ਉਹਨੂੰ ਸਿੱਖੀ ਦੀ ਦਾਤ ਦੇ ਕੇ ਵੀ ਭਲਿਆ ਅਸਲ ਵਿੱਚ ਮੇਰਾ ਸਿੱਖ ਉਹ ਨਹੀਂ, ਮੇਰਾ ਸਿੱਖ ਤੇ ਤੂੰ ਹੈ, ਕਿਉਂਕਿ ਤੂੰ ਹੁਕਮ ਨੂੰ ਕਮਾਉਣ ਵੱਲ ਤੁਰਿਆ ਏ। ਭਾਵੇਂ ਹੁਕਮ ਚੰਗਾ ਸੀ ਭਾਵੇਂ ਮਾੜਾ ਸੀ, ਪਰ ਤੂੰ ਬੇਪਰਵਾਹ ਹੋ ਕੇ ਗੁਰੂ ਦੇ ਹੁਕਮ ਨੂੰ ਪਹਿਲ ਦਿੱਤੀ ਹੈ, ਇਸ ਕਰਕੇ ਤੇਰੇ ਉੱਪਰ ਗੁਰੂ ਦੀ ਕਿਰਪਾ ਹੋਈ। ਤੇ ਖਿਆਲ ਕਰਿਓ ਪਿਆਰਿਓ, ਇੱਕ ਸੰਘਾਰ ਕਰਨ ਵਾਲਾ ਪਾਪਾਂ ਤੋਂ ਮੁਕਤ ਹੋ ਕੇ ਗੁਰੂ ਦਾ ਪਿਆਰਾ ਬਣ ਗਿਆ, ਤੇ ਜਿਹੜਾ ਸਿੱਖ ਧਨ ਦੌਲਤ ਲੈ ਕੇ ਆਪਣੇ ਘਰ ਨੂੰ ਗਿਆ ਸੀ ਨਾ, ਇਤਿਹਾਸ ਕਹਿੰਦਾ ਸਮੇਂ ਦੇ ਕੋਤਵਾਲ ਨੇ ਛਾਪਾ ਮਾਰਿਆ, ਉਹਦੇ ਘਰ ਦੇ ਵਿੱਚੋਂ ਚੋਰੀ ਦੀਆਂ ਸਾਰੀਆਂ ਚੀਜ਼ਾਂ ਮਿਲ ਗਈਆਂ। ਚੋਰੀ ਦੀਆਂ ਸਾਰੀਆਂ ਚੀਜ਼ਾਂ ਉਹਦੇ ਘਰ ਵਿੱਚੋਂ ਮਿਲੀਆਂ ਤੇ ਕੋਤਵਾਲ ਨੇ ਉਹਨੂੰ ਮੌਤ ਦੀ ਸਜ਼ਾ ਦਿੱਤੀ। ਹੁਣ ਮਰਿਆ ਜ਼ਰੂਰ, ਪਰ ਗੁਰੂ ਤੋਂ ਬੇਮੁਖ ਹੋ ਕੇ, ਗੁਰੂ ਦੀ ਕਿਰਪਾ ਤੋਂ ਵਾਂਝਾ ਹੋ ਕੇ। ਤੇ ਇਧਰਲੇ ਪਾਸੇ ਜਿਹੜਾ ਚੋਰ ਲੁਟੇਰਾ ਠੱਗ ਧਾੜਵੀ ਸੀ, ਪਹਿਲਾਂ ਸੰਘਾਰ ਕਰਨ ਵਾਲਾ ਸੀ, ਗੁਰੂ ਦੇ ਚਰਨਾਂ ਵਿੱਚ ਆਇਆ, ਗੁਰੂ ਤੋਂ ਸਿੱਖਿਆ ਲਈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਪਰੇ, ਜਾ ਮੁਰਦਾਰ ਨਾ ਖਾਏ। ਗੁਰੂ ਦੇ ਚਰਨਾਂ ਵਿੱਚ ਆ ਕੇ ਸਿੱਖਿਆ ਲਈ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਆਪਣੇ ਮਾਲਕ ਦੇ ਬਚਨਾਂ ਨਾਲ ਜੁੜ ਕੇ ਇੱਕ ਧਾੜਵੀ, ਇੱਕ ਲੁਟੇਰਾ, ਇੱਕ ਦੂਸਰੇ ਦੇ ਘਰ ਵਿੱਚ ਸੰਘਾਰ ਕਰਨ ਵਾਲਾ, ਲੁੱਟ ਖੋਹ ਕਰਨ ਵਾਲਾ, ਗੁਰੂ ਨੂੰ ਜਦੋਂ ਧਿਆਨ ਵਿੱਚ ਰੱਖ ਕੇ ਜੀਵਨ ਬਤੀਤ ਕਰਦਾ, ਉਦੋਂ ਮੁਕਤ ਹੋ ਗਿਆ ਉਹ ਪਿਆਰਾ। ਇਸ ਕਰਕੇ ਸਤਿਗੁਰੂ ਜੀ ਦੀ ਕਿਰਪਾ ਦਾ ਅਰਥ ਕੀ ਹੈ? ਆਪਣੀ ਕਿਰਪਾ ਦੇ, ਮਾਲਕ ਦੀ ਕਿਰਪਾ ਦੇ, ਗੁਰੂ ਦੀ ਕਿਰਪਾ ਦੇ ਜਦੋਂ ਪਾਤਰ ਬਣਦੇ ਆ ਭਾਈ, ਫਿਰ ਮੁਕਤੀ ਮਿਲਦੀ ਹੈ ਵਿਕਾਰਾਂ ਤੋਂ।
ਫਿਰ ਆਪਣੇ ਮਾਲਕ ਉੱਪਰ ਪੂਰਨ ਭਰੋਸਾ ਬਣਦਾ ਹੈ। ਫਿਰ ਉਹ ਪਿਆਰਾ ਕਹਿੰਦਾ ਹੈ, ਮੋਹਨ ਸਭ ਜੀ ਤੇਰੇ ਤੂੰ ਤਾਰੈ। ਹੇ ਮਨ ਨੂੰ ਮੋਹਣ ਵਾਲੇ ਮੇਰੇ ਮਾਲਕ ਜੀ, ਸਾਰੇ ਜੀਵ ਤੇਰੇ ਪੈਦਾ ਕੀਤੇ ਨੇ ਤੇ ਤੂੰ ਹੀ ਇਹਨਾਂ ਦਾ ਪਾਰ ਉਤਾਰਾ ਕਰਨ ਵਾਲਾ ਹੈ। ਤੂੰ ਹੀ ਇਹਨਾਂ ਦੀ ਸੰਭਾਲ ਕਰਨ ਵਾਲਾ ਹੈ। ਤੂੰ ਹੀ ਇਹਨਾਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਮੇਰੇ ਮਾਲਕ ਦੀ ਤੇਰੀ ਨਿਮਖ ਮਾਤਰ ਕਿਰਪਾ ਹੋ ਜਾਵੇ। ਛੁੱਟੈ ਸੰਘਾਰ ਨਿਮਖ ਕਿਰਪਾ ਤੇ, ਪਲਕ ਚ ਜਿਤਨੇ ਸਮੇਂ ਲਈ ਵੀ ਜੇ ਤੇਰੀ ਕਿਰਪਾ ਮਿਲ ਗਈ ਨਾ ਮੇਰੇ ਮਾਲਕਾ, ਫਿਰ ਉਹ ਮਨੁੱਖ ਸੰਘਾਰ ਕਰਨ ਤੋਂ ਛੁੱਟ ਜਾਂਦਾ, ਅਤਿਆਚਾਰ ਕਰਨ ਤੋਂ ਰੁਕ ਜਾਂਦਾ ਹੈ, ਜਿਹਦੇ ਉੱਪਰ ਤੇਰੀ ਕਿਰਪਾ ਹੋ ਜਾਂਦੀ ਹੈ। ਕੋਟ ਬ੍ਰਹਮੰਡ ਉਧਾਰੈ, ਮੇਰੇ ਮਾਲਕਾ ਤੂੰ ਕਰੋੜਾਂ ਬ੍ਰਹਮੰਡਾਂ ਦਾ ਉਧਾਰ ਕਰਨ ਵਾਲਾ ਹੈ। ਹੁਣ ਖਿਆਲ ਕਰਿਓ, ਫਿਰ ਬੇਨਤੀ ਕਰਾਂ, ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ, ਉਹਨਾਂ ਦੀ ਨਿਸ਼ਾਨੀ ਮੇਰੇ ਗੁਰੂ ਅਰਜਨ ਸਾਹਿਬ ਜੀ ਦੱਸਦੇ ਨੇ, ਉਹਨਾਂ ਦੀ ਪਛਾਣ ਸਾਨੂੰ ਕਰਵਾਉਂਦੇ ਨੇ। ਪਾਤਸ਼ਾਹ ਜੀ ਕਹਿੰਦੇ ਛੁੱਟੈ ਸੰਘਾਰ, ਉਹ ਸੰਘਾਰ ਕਰਨ ਤੋਂ ਛੁੱਟ ਜਾਂਦੇ ਨੇ, ਅਤਿਆਚਾਰ ਕਰਨ ਤੋਂ ਰੁਕ ਜਾਂਦੇ ਨੇ, ਉਹ ਭੈੜੇ ਕੰਮ ਕਰਨ ਤੋਂ ਆਪਣੇ ਜੀਵਨ ਨੂੰ ਦੂਰ ਲੈ ਜਾਂਦੇ ਨੇ, ਜਿਨ੍ਹਾਂ ਦੇ ਉੱਪਰ ਰੱਬ ਦੀ ਕਿਰਪਾ ਹੁੰਦੀ ਹੈ। ਆਪਣੀ ਜ਼ਿੰਦਗੀ ਵਿੱਚ ਧਿਆਨ ਮਾਰ ਕੇ ਵੇਖੋ ਪਿਆਰਿਓ, ਅਸੀਂ ਰੱਬ ਦੀ ਕਿਰਪਾ ਦੇ ਪਾਤਰ ਬਣੇ ਆ ਜਾਂ ਨਹੀਂ। ਕਿਉਂਕਿ ਜਿੱਦਣ ਰੱਬ ਦੀ ਕਿਰਪਾ ਦੇ ਪਾਤਰ ਬਣ ਗਏ, ਉਦਣ ਸੰਭਾਲ ਕਰਨ ਵਾਲੇ ਬਣਾਂਗੇ, ਸੰਘਾਰ ਕਰਨ ਵਾਲੇ ਨਹੀਂ। ਨਹੀਂ ਤੇ ਅਤਿਆਚਾਰ ਦੇ ਕੋਈ ਬਹੁਤੀ ਵੱਡੀ ਗੱਲ ਉਦਾਹਰਨ ਨਹੀਂ। ਅਤਿਆਚਾਰ ਦਾ ਮਤਲਬ ਕੀ ਹੈ? ਕਈ ਵਾਰੀ ਸਾਡੇ ਘਰ ਦੇ ਵਿੱਚ ਸਾਡੇ ਆਪਣੇ ਬੱਚੇ ਨੇ, ਜਦੋਂ ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਇਹ ਭੈੜੀ ਸੋਚ ਰੱਖ ਕੇ ਆਪਣੇ ਜੀਵਨ ਦੇ ਵਿੱਚ ਬੁਰਾਈ ਕਰਦੇ ਹਾਂ, ਉਹ ਵੀ ਸੰਘਾਰ ਕਰਨਾ ਹੈ। ਤਾਂ ਹੀ ਤੇ ਹਾਲਾਤ ਬਣੇ ਨੇ। ਸੱਸ ਅਤੇ ਨੂੰਹ ਦੀ ਲੜਾਈ ਆਪਸ ਵਿੱਚ, ਦਾਜ ਦਹੇਜ ਕਰਕੇ ਕਿਸੇ ਦੀ ਧੀ ਨੂੰ ਤੰਗ ਕਰਨ ਵਾਲੇ ਰੱਬ ਦੀ ਕਿਰਪਾ ਦੇ ਪਾਤਰ ਨਹੀਂ ਹੋ ਸਕਦੇ। ਕਹਿਣਾ ਪਵੇਗਾ ਇਹ ਸੰਘਾਰ ਕਰਨ ਵਾਲਿਆਂ ਵਿੱਚ ਖਲੋ ਗਏ ਨੇ, ਇਸ ਕਰਕੇ ਸੰਭਾਲ ਕਰਨੀ ਉਹ ਭੁੱਲ ਗਏ। ਆਪਣੇ ਰਿਸ਼ਤਿਆਂ ਦੀ ਸੰਭਾਲ ਕਿਵੇਂ ਕਰਨੀ ਹੈ, ਇਹ ਰੱਬ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਸੋਝੀ ਨਹੀਂ ਆ ਸਕਦੀ। ਇਸੇ ਕਰਕੇ ਮੇਰੇ ਸਤਿਗੁਰੂ ਜੀ ਨੇ ਬਚਨ ਕਹੇ ਸਨ, ਕਹਿੰਦੇ ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਉਹ ਗੁਰੂ ਨਾਲ ਮਿਲਾਪ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਚੱਜ ਅਚਾਰ ਸਿੱਖ, ਆਪਣੀ ਜ਼ਿੰਦਗੀ ਵਿੱਚ ਕਰਮ ਕਰਨਾ ਸਿੱਖ, ਆਪਣੇ ਜੀਵਨ ਵਿੱਚ ਰਿਸ਼ਤੇ ਨਿਭਾਉਣੇ ਸਿੱਖ, ਗੁਰੂ ਦੀ ਕਿਰਪਾ ਸਦਕਾ। ਗੁਰੂ ਕੋਲ ਆ ਕੇ ਜੀਵਨ ਬਤੀਤ ਕਰਨਾ ਸਿੱਖ, ਮੈਂ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਬਤੀਤ ਕਰਨਾ ਹੈ, ਕਿਹੋ ਜਿਹੇ ਕਰਮ ਕੀਤੇ ਜਾਣ। ਤੇ ਫਿਰ ਗੁਰੂ ਨੇ ਗੱਲ ਕਹੀ ਨਾ ਕਿ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦਾ ਦਰਬਾਰ। ਭਲਿਆ ਉਹ ਕੰਮ ਤਿਆਗ ਜਿਨ੍ਹਾਂ ਕੰਮਾਂ ਨਾਲ ਤੇਰੇ ਜੀਵਨ ਨੂੰ ਲਾਹਾ ਹੀ ਨਹੀਂ ਮਿਲਣਾ। ਉਹ ਭੈੜੇ ਕਰਮ ਛੱਡ ਦੇ ਆਪਣੇ ਜੀਵਨ ਦੇ ਵਿੱਚ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਸੰਘਾਰ ਕਰਨ ਦੀ ਕੋਈ ਇੱਕ ਉਦਾਹਰਨ ਨਹੀਂ ਵੀ ਬਸ ਇੱਥੋਂ ਹੀ ਆਹ ਕੱਲ ਅਤਿਆਚਾਰ ਵਾਲੀ ਨਹੀਂ, ਸਾਡੇ ਸ਼ਬਦਾਂ ਵਿੱਚ ਵੀ ਅਤਿਆਚਾਰ ਹੁੰਦਾ ਹੈ। ਸ਼ਬਦਾਂ ਰਾਹੀਂ ਵੀ ਅਤਿਆਚਾਰ ਕਰਦੇ ਨੇ ਕਈ ਲੋਕ। ਇੱਕ ਬੜੀ ਪਿਆਰੀ ਘਟਨਾ ਚੇਤੇ ਆ ਗਈ। ਡਾਕਟਰ ਜਸਵੰਤ ਸਿੰਘ ਨੇਕੀ ਨੇ ਆਪਣੇ ਜੀਵਨ ਦੀ ਉਸ ਘਟਨਾ ਨੂੰ ਸਾਹਮਣੇ ਰੱਖਿਆ। ਪਿੰਗਲਵਾੜਾ ਟਰਸਟ ਦੇ ਵੱਲੋਂ ਇੱਕ ਕਿਤਾਬ ਛਪੀ ਹੈ, ਭੇਟਾ ਰਹਿਤ ਅਸਲ ਵਿਦਿਆ। ਉਹਦੇ ਵਿੱਚ ਇਹ ਬੜੀ ਪਿਆਰੀ ਉਹ ਗੱਲ ਕਰਦੇ ਨੇ, ਕਹਿੰਦੇ ਮੈਂ ਹਾਲੇ 5ਵੀਂ 6ਵੀਂ ਜਮਾਤ ਵਿੱਚ ਪੜ੍ਹਦਾ। 5ਵੀਂ 6ਵੀਂ ਜਮਾਤ ਵਿੱਚ ਪੜ੍ਹਦਿਆਂ ਹੋਇਆਂ ਮੈਨੂੰ ਕੁਝ ਕਵਿਤਾ ਲਿਖਣ ਦਾ ਹੁਨਰ ਆ ਗਿਆ, ਕੁਝ ਤੁਕਬੰਦੀ ਬਣਾਉਣੀ ਆ ਗਈ।
ਕਹਿੰਦੇ ਮੈਂ ਤੁਕਬੰਦੀ ਕਰਕੇ ਕੁਝ ਕਵਿਤਾ ਲਿਖਣ ਯੋਗ ਹੋ ਗਿਆ। ਸਾਡੀ ਹੀ ਕਲਾਸ ਦੇ ਵਿੱਚ ਇੱਕ ਬੱਚਾ ਸੀ ਜਿਹਦਾ ਸਾਰੇ ਬੱਚੇ ਮਜ਼ਾਕ ਉਡਾਉਂਦੇ, ਬੜਾ ਮਖੌਲ ਕਰਦੇ ਉਹਦੇ ਨਾਲ। ਹੈ ਗਰੀਬ ਸੀ, ਉਹਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸਾਰੇ ਬੱਚੇ। ਕਹਿੰਦੇ ਮੈਂ ਵੀ ਆਪਣੀ ਕਲਮ ਚੁੱਕੀ ਤੇ ਕੁਝ ਸ਼ਬਦ ਲਿਖ ਦਿੱਤੇ ਕਵਿਤਾ ਦੇ ਰੂਪ ਵਿੱਚ, ਜਿਹਦੇ ਵਿੱਚ ਉਸ ਬੱਚੇ ਦਾ ਮਜ਼ਾਕ ਉਡਾਇਆ ਗਿਆ। ਹੁਣ ਕਿਸੇ ਦਾ ਮਜ਼ਾਕ ਉਡਾਉਣਾ ਪਿਆਰਿਓ ਸੰਘਾਰ ਕਰਨਾ ਹੀ ਅਤਿਆਚਾਰ ਕਰਨਾ ਹੈ। ਕਿਸੇ ਦੇ ਜੀਵਨ ਪ੍ਰਤੀ ਗੰਦਗੀ ਉਛਾਲਣੀ ਅਤਿਆਚਾਰ ਤੋਂ ਘੱਟ ਨਹੀਂ, ਚੇਤੇ ਰੱਖਿਓ। ਹੁਣ ਇਸ ਬਾਰੇ ਜਸਵੰਤ ਸਿੰਘ ਨੇਕੀ ਜੀ ਕਹਿੰਦੇ ਮੈਂ ਆਪਣੀ ਕਲਮ ਦੇ ਨਾਲ ਉਸ ਬੱਚੇ ਦੇ ਜੀਵਨ ਦੇ ਪ੍ਰਤੀ ਕੁਝ ਸ਼ਬਦ ਲਿਖ ਦਿੱਤੇ ਜਿਹਦੇ ਵਿੱਚ ਉਹਦਾ ਮਜ਼ਾਕ ਉਡਾਇਆ ਗਿਆ। ਕਰਦਿਆਂ ਕਰਾਉਂਦਿਆਂ ਕਹਿੰਦੇ ਇਹ ਸ਼ਿਕਾਇਤ ਸਾਡੇ ਮਾਸਟਰ ਵਿਦਿਆ ਦਾਤੇ ਮੌਲਾ ਬਖਸ਼ ਕੋਲ ਪਹੁੰਚੀ ਵੀ ਕਿਸੇ ਨੇ ਮੇਰੀ ਉਸ ਕਵਿਤਾ ਦਾ ਉਤਾਰਾ ਕਰਕੇ ਮਾਸਟਰ ਨੂੰ ਜਾ ਕੇ ਸ਼ਿਕਾਇਤ ਕੀਤੀ। ਉਸ ਬੱਚੇ ਨੇ ਵੀ ਮੇਰੇ ਬਾਰੇ ਜੀ ਇਸ ਜਸਵੰਤ ਨੇ ਆਹ ਕੁਝ ਲਿਖਿਆ। ਮੌਲਾ ਬਖਸ਼ ਨੇ ਉਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਜਸਵੰਤ ਸਿੰਘ ਨੇਕੀ ਕਹਿੰਦੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ। ਮੈਨੂੰ ਆਪਣੇ ਦਫ਼ਤਰ ਵਿੱਚ ਜਦੋਂ ਬੁਲਾਇਆ ਨਾ, ਕਹਿੰਦੇ ਉਹ ਬੱਚਾ ਜਿਹਦਾ ਮਜ਼ਾਕ ਉਡਾਇਆ ਗਿਆ ਸੀ ਉਹਨੂੰ ਉਹਨਾਂ ਨੇ ਭੇਜ ਦਿੱਤਾ ਵੀ ਤੂੰ ਕਲਾਸ ਵਿੱਚ ਚਲੇ ਆ ਜਾ। ਧਿਆਨ ਦੇ ਕੇ ਇਸ ਗੱਲ ਨੂੰ ਸਮਝਣਾ। ਜਿਸ ਬੱਚੇ ਦਾ ਮਜ਼ਾਕ ਉਡਾਇਆ ਗਿਆ ਕਹਿੰਦੇ ਉਸ ਬੱਚੇ ਨੂੰ ਕਹਿ ਦਿੱਤਾ ਮਾਸਟਰ ਨੇ ਵੀ ਤੂੰ ਜਾ ਚਲਿਆ ਜਾ, ਮੈਂ ਇਹਦੇ ਨਾਲ ਗੱਲ ਕਰਦਾ। ਹੁਣ ਮੇਰੀ ਕਵਿਤਾ ਦੇ ਲਿਖੇ ਹੋਏ ਬੋਲ ਹੱਥ ਵਿੱਚ ਫੜੇ ਨੇ ਤੇ ਮੌਲਾ ਬਖਸ਼ ਮਾਸਟਰ ਜਸਵੰਤ ਸਿੰਘ ਨੇਕੀ ਕਹਿੰਦੇ ਮੈਨੂੰ ਦਿਖਾ ਕੇ ਕਹਿੰਦਾ ਇਹ ਤੂੰ ਲਿਖਤ ਲਿਖੀ ਹੈ। ਆਹ ਕਵਿਤਾ ਜਿਹੜੀ ਲਿਖੀ ਗਈ ਇਹ ਤੇਰੇ ਬੋਲ ਨੇ, ਤੇਰੀ ਲਿਖਤ ਹੈ। ਜਸਵੰਤ ਸਿੰਘ ਕਹਿੰਦਾ ਮੈਂ ਸਿਰ ਝੁਕਾ ਕੇ ਹਾਂ ਕਰ ਦਿੱਤੀ ਵੀ ਹਾਂਜੀ ਇਹ ਕਵਿਤਾ ਮੈਂ ਹੀ ਲਿਖੀ। ਕਹਿੰਦੇ ਹੁਣ ਮੈਂ ਸਿਰ ਝੁਕਾਇਆ ਹੋਇਆ ਤੇ ਮੈਂ ਸੋਚਿਆ ਸੀ ਮੌਲਾ ਬਖਸ਼ ਮਾਸਟਰ ਬੜੀ ਜ਼ੋਰ ਦੇਣੇ ਚਪੇੜ ਮੇਰੇ ਮੂੰਹ ਦੇ ਉੱਪਰ ਮਾਰੇਗਾ। ਕਹਿੰਦੇ ਪਰ ਉਹਨੇ ਆਪਣਾ ਹੱਥ ਚੁੱਕਿਆ ਤੇ ਮੇਰੀ ਪਿੱਠ ਦੇ ਉੱਪਰ ਹੱਥ ਫੇਰ ਕੇ ਇੱਕ ਗੱਲ ਕਹੀ। ਕਹਿੰਦੇ ਕੰਬਖਤਾ ਅੱਲਾਹ ਤਾਲਾ ਦੀ ਤੇਰੇ ਉੱਪਰ ਰਹਿਮਤ ਹੋਈ ਹੈ, ਤੈਨੂੰ ਕਵਿਤਾ ਲਿਖਣ ਦਾ ਢੰਗ ਆ ਗਿਆ ਪਰ ਤੂੰ ਕਾਲੇ ਲੇਖ ਕਿਉਂ ਲਿਖਦਾ ਪਿਆ। ਉਹ ਰੱਬ ਨੇ ਤੇਰੇ ਉੱਪਰ ਕਿਰਪਾ ਕੀਤੀ, ਤੈਨੂੰ ਲਿਖਣ ਦੀ ਸੋਝੀ ਦਿੱਤੀ ਹੈ, ਤੈਨੂੰ ਕਵਿਤਾ ਲਿਖਣ ਦਾ ਢੰਗ ਦੇ ਦਿੱਤਾ। ਇਹ ਰੱਬ ਦੀ ਕਿਰਪਾ ਹੋਈ ਤੇਰੇ ਉੱਪਰ। ਪਰ ਪਿਆਰਿਆ ਕਾਲੇ ਲੇਖ ਨਾ ਲਿਖ, ਜੇ ਜਸਵੰਤ ਤੂੰ ਲਿਖਣਾ ਹੈ ਤੇ ਚੰਗਾ ਲਿਖਿਆ ਕਰ। ਕਹਿੰਦੇ ਬਸ ਉਸੇ ਦਿਨ ਤੋਂ ਆਪਣੇ ਮਾਸਟਰ ਦੀ ਗੱਲ ਪੱਲੇ ਬੰਨ ਲਈ। ਕਵਿਤਾਵਾਂ ਲਿਖੀਆਂ ਜ਼ਰੂਰ ਪਰ ਕਿਸੇ ਦੇ ਪ੍ਰਤੀ ਗੰਦਗੀ ਨਹੀਂ ਲਿਖੀ, ਕਿਸੇ ਦੇ ਪ੍ਰਤੀ ਭੈੜੇ ਸ਼ਬਦ ਨਹੀਂ ਲਿਖੇ। ਕਹਿੰਦੇ ਅਸਲ ਵਿੱਚ ਆਹੀ ਜੀਵਨ ਹੈ ਪਿਆਰਿਓ, ਧਿਆਨ ਵਿੱਚ ਰੱਖਣਾ। ਅਸੀਂ ਕਈ ਵਾਰੀ ਲਿਖ ਤਾਂ ਲਿਖਦੇ ਹਾਂ, ਸ਼ਬਦ ਬੋਲਦੇ ਹਾਂ, ਪਰ ਸਾਡੇ ਸ਼ਬਦਾਂ ਵਿੱਚ ਵੀ ਅਤਿਆਚਾਰ ਹੁੰਦਾ ਹੈ। ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ ਨਾ ਉਹਨਾਂ ਬਾਰੇ ਮੇਰੇ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨ ਹੈ। ਉਹ ਕਹਿੰਦੇ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾ ਮਾਨਕ ਸਭ ਅਮੋਲ ਵੇ। ਉਹ ਕਦੇ ਕਿਸੇ ਪ੍ਰਤੀ ਮੰਦਾ ਸ਼ਬਦ ਨਹੀਂ ਬੋਲਦੇ, ਭੈੜਾ ਨਹੀਂ ਬੋਲਦੇ। ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ ਨਾ ਉਹ ਸੰਘਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਨਹੀਂ ਕਰਦੇ। ਚੇਤੇ ਰੱਖਿਓ ਅੱਜ ਬਹੁਤਾਤ ਲੋਕ ਨੇ ਸ਼ਬਦ ਤੇ ਲਿਖਦੇ ਨੇ, ਕਵਿਤਾਵਾਂ ਤੇ ਲਿਖਦੇ ਨੇ, ਗੀਤ ਤੇ ਲਿਖਦੇ ਨੇ, ਪਰ ਇੰਨਾ ਗੰਦ ਉਛਾਲਿਆ ਗਿਆ, ਇੰਨਾ ਗੰਦ ਵਕਦੇ ਪਏ ਨੇ। ਪਰ ਅਸੀਂ ਕਹਿੰਦੇ ਹਾਂ ਜੀ ਚੰਗੇ ਹੀ ਬੜੇ ਸ਼ਬਦ ਲਿਖੇ। ਚੇਤੇ ਰੱਖਿਓ ਉਹਨਾਂ ਸ਼ਬਦਾਂ ਦੇ ਵਿੱਚ ਬੜੇ ਲੋਕਾਂ ਦੀ ਇੱਜ਼ਤ ਦਾ ਖਿਲਵਾੜ ਕੀਤਾ ਗਿਆ। ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣਦੇ ਨੇ ਉਹ ਕਦੇ ਕਾਲੇ ਲੇਖ ਨਹੀਂ ਲਿਖਦੇ। ਇਸੇ ਕਰਕੇ ਗੱਲ ਕਹੀ ਗਈ ਸੀ ਜਿਹੜੇ ਚੰਗਾ ਲਿਖਣ ਵਾਲੇ ਨੇ ਉਹਨਾਂ ਲਈ ਸ਼ਬਦ ਨੇ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧਨ ਮਸ। ਉਹਨਾਂ ਦੀ ਕਲਮ ਵੀ ਧੰਨਤਾਯੋਗ, ਉਹਨਾਂ ਦਾ ਕਾਗਜ਼ ਵੀ ਵਡਭਾਗਾ, ਉਹਨਾਂ ਦੀ ਸਹਾਈ ਵੀ ਵਡਭਾਗੇ ਜਿਨ੍ਹਾਂ ਨੇ ਲਿਖਤ ਤੇ ਲਿਖੀ ਹੈ।
पर दूजे पासे शब्द कहते जिन्हां ने संघार करन वाले बोल लिखे, जिन्हां ने भैड़े शब्द लिखे ने दुनिया के प्रति, मेरे सतगुरु जी कहते लिखण वाला जल बलो, इहो जिहा लिखण वाला ते सड़ के ही मर जावे जिन्हें भैड़े शब्द लिखे ने। इस करके ध्यान देना प्यारिओ, अत्याचार करन दा कोई एक ढंग नहीं, बड़े ढंग ने। साडे बोलां राहीं भी कई वारी अत्याचार हो जाता, असीं इहो जे भैड़े शब्द बोल दिंने आ, किसी का दिल दुख जाता है। इस करके मेरे पातशाह जी कहते ध्यान रख, जिन्हां उपर रब की कृपा है ना भाई, वो कदे संघार नहीं करते, वो तो संघार करन तो, अत्याचार करन तो, भैड़े काम करन तो छुट जाते ने। फिर यही गल कहते हैं मेरे मालक जी सारे जी तेरे ने। ते जदों आपां ये गल समझ लवांगे, एक पिता एकस के हम वारिक, जिदन इस गल दे उपर भरोसा बन गया भी सारे असी मालक दे बच्चे हाँ, फिर एक दूसरे दे उत्ते अत्याचार नहीं करांगे कदे। जिवें असी अपने भैन भरावां दी संभाल करदे हां, प्यार करदे हां, फिर पूरी खलकत नाल ही प्यार करांगे, क्योंकि सारियां नूं पैदा करने वाला इक्को परमेश्वर साडा पिता है। इस करके मेरे पातशाह जी कहते ध्यान विच रख, जिदन तू अपने मालक की कृपा का पात्र बनिया, उदन तू यही गल कहेगा मेरे मालक जी सब जी तेरे, तू तारै, तारन वाला भी तू है मेरे मालक, सारे जी तेरे ही ने, फिर किसी नाल नफरत थोड़ी होगी। ताही ते इतिहास दियां आपां कई बारी साखियां साझियां कीतियां ने। उस संघार करन तो, संघार का अर्थ केवल एक अर्थ ना लईए, संघार करन तो भाव कि किसी प्रति भी बुराई, किसी प्रति भी मंदी भावना, किसी प्रति अत्याचार, किसी का उजाड़ा पाउण लई वो उद्यम नहीं करता कदे, जिहड़ा अपने मालक की कृपा का पात्र बन गया। वो तो फिर मनुखता का भला करन दे लई अरदास करता है कि जगत जलंदा रख लै, अपनी कृपा धार, जित द्वारे उभरै तितै लेहो उबार। जिहड़े कृपा दे पात्र बने वो नफरत का बी नहीं बोंदे कदे, वो तो सरबत दे भले दी गल करदे ने। ताही ते गुरु नानक दे इतिहास दीयां साखियां आपां पढ़दे हां, उन्हां विच गल्लां की समझाईयां गईयां। जदों मुसलमान देश दे विच सतगुरु जी नूं सवाल कीता, दसो जी मुसलमान वड्डा धर्म है कि हिंदू धर्म वड्डा? मेरे पातशाह जी ने वेखो उह ते कॉमन गल कीती, ना हिंदू नूं माड़ा कहा ना मुसलमान नूं माड़ा कहा। जदों सवाल किया कि पुछन गल ईमान दी काजी मुल्लां इकट्ठे होई, बड़ा सांग वरताया लख ना सकै कुदरत कोई, पुछन फोल किताब नूं हिंदू वड्डा कि मुसलमान होई। कि नानक जी आ जिहड़ी तुहाडे को किताब है, जिहड़ी तुहाडे को पोथी है, इहनूं फोल के दसो, इहनूं पढ़ के दसो कौन वड्डा है इस जगत विच, महान कौन, हिंदू जां मुसलमान? क्योंकि मुसलमानां दे विच उस वेले नफरत सी हिंदुआं दे प्रति, ते हिंदुआं दे विच मुसलमानां प्रति नफरत सी, तां ही मुसलमान हिंदुआं नूं काफर कहंदे सन ते हिंदू लोग मुसलमानां नूं मलेश कहंदे सी। नफरत सी। सतगुरु गुरु नानक साहब महाराज जी जिहड़े मालक की कृपा के पात्र बने हुए, उन्होंने इक्को गल कही सी कि बाबा आखे हाजियां शुभ अमलां बाजों दोनों रोई, हिंदू मुसलमान दोए दरगाह अंदर लैन ना ढोई, राह शैतानी दुनिया गोई। कहंदे रब दे घर दे विच मुसलमान जां हिंदू की गल नहीं, उत्थे तेरे शुभ कर्मां की गल वेखी जाण। इस करके जिहड़े रब की कृपा के पात्र बने वो संघार नहीं करते, वो संभाल करते हैं दुनिया दे। संभाल किवें होवेगी? सारियां दे विच प्यार पैदा करके, सारियां दे विचों नफरत नूं मिटा के। गुरु की बाणी नूं पढ़ के किते आपां भुलेखा ना खा जाइए। जदों मेरे पातशाह जी ने ये गल्लां कहियां ना कि हे भाई इस जगत दे विच हिंदू अते मुसलमान की गल जदों गुरु की बाणी विचों पढ़दे हां,
कि पंडित मुल्ला छाड़े दो, हमरा झगड़ा रहा न को, पंडित मुल्ला छाड़े दो, पंडित मुल्ला जो लिख दिया छाड़ चले, हम कछू ना लिया। ਵੀ ਹੇ ਭਾਈ, ਇੱਥੇ ਜਿਹੜਾ ਸ਼ਬਦਾਂ ਦਾ ਅਰਥ ਹੈ ਨਾ, ਕਿਸੇ ਪੰਡਤ ਨਾਲ ਜਾਂ ਕਿਸੇ ਮੌਲਵੀ ਨਾਲ ਨਫ਼ਰਤ ਨਹੀਂ, ਬਲਕਿ ਜਿਹੜੇ ਮੌਲਵੀ ਅੱਲਾ ਦੀ ਗੱਲ ਕਰਦੇ ਹੋਏ ਨਫ਼ਰਤ ਪੈਦਾ ਵੀ ਕਰਦੇ ਸੀ, ਇਹੋ ਜਿਹੇ ਮੁੱਲਾਂ ਦਾ ਲਿਖਿਆ ਅਸੀਂ ਇੱਕ ਵੀ ਸ਼ਬਦ ਨਹੀਂ ਪੜ੍ਹਨਾ। ਜਿਹੜੇ ਪੰਡਤ ਲੋਕ ਇਸ ਧਰਤੀ ਉੱਪਰ ਰੱਬ ਦੀ ਗੱਲ ਕਰਦੇ ਹੋਏ ਦੂਸਰੇ ਦੇ ਪ੍ਰਤੀ ਮੰਦੀ ਭਾਵਨਾ ਰੱਖ ਕੇ ਬੈਠੇ ਨੇ, ਇਹੋ ਜਿਹੇ ਪੰਡਤਾਂ ਦੀ ਅਸੀਂ ਗੱਲ ਨਹੀਂ ਮੰਨਦੇ। ਤਾਂ ਹੀ ਗੱਲ ਕਹੇ ਸਨ ਵੀ ਆਪਣੇ ਜੀਵਨ ਵਿੱਚ ਸਮਝ ਇਸ ਗੱਲ ਨੂੰ। ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ, ਨਫ਼ਰਤ ਨਹੀਂ ਪੈਦਾ ਕਰਨੀ। ਇਤਿਹਾਸ ਦੀ ਬੜੀ ਪਿਆਰੀ ਸਾਖੀ ਹੈ ਇਹ। ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣੇ, ਉਹ ਸੰਭਾਲ ਕਰਦੇ ਨੇ, ਸਾਰਿਆਂ ਦੇ ਵਿੱਚ ਪਿਆਰ ਪੈਦਾ ਕਰਦੇ ਨੇ, ਨਫ਼ਰਤ ਨੂੰ ਮਿਟਾਉਂਦੇ ਨੇ ਤਾਂ ਕਿ ਉਜਾੜਾ ਨਾ ਪਵੇ। ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਹੀ ਇੱਕ ਪਿਆਰੇ ਨੇ ਆਪਣੇ ਜੀਵਨ ਦੇ ਵਿੱਚ ਬੇਨਤੀ ਕੀਤੀ, ਕਿਉਂਕਿ ਇਹਦਾ ਧਰਮ ਮੁਸਲਮਾਨ ਹੈ, ਬੀਰਾ ਮਲਾਰ ਇਹਦਾ ਨਾਮ। ਗੁਰੂ ਨਾਨਕ ਚਮਤਕਾਰ ਕਿਤਾਬ ਦੇ ਵਿੱਚ ਭਾਈ ਵੀਰ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ। ਕਹਿੰਦੇ ਇਹ ਬੀਰਾ ਮਲਾਰ ਆਪਣੇ ਧਰਮ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜਦੋਂ ਧਾਰਮਿਕ ਆਗੂ ਦੇ ਵਿਚਾਰ ਸੁਣਦਾ ਤੇ ਉਹ ਆਗੂ ਸਾਰੀਆਂ ਧਰਮ ਦੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਸ਼ਬਦ ਕਹਿੰਦਾ ਹੈ, ਜਿਹੜੇ ਲੋਕ ਇਸਲਾਮ ਧਰਮ ਤੋਂ ਬੇਮੁਖ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ, ਹੋਰ ਬਾਕੀ ਸਾਰੇ ਧਰਮਾਂ ਦੇ ਲੋਕ ਨਰਕਾਂ ਵਿੱਚ ਜਾਣਗੇ, ਤੇ ਜਿਹੜੇ ਇਸਲਾਮ ਧਰਮ ਵਿੱਚ ਆਉਣਗੇ ਉਹ ਸਵਰਗਾਂ ਵਿੱਚ ਜਾਣਗੇ, ਉਹ ਅੱਲਾ ਦੇ ਘਰ ਵਿੱਚ ਪ੍ਰਵਾਨ ਹੋਣਗੇ। ਇੰਨੀ ਗੱਲ ਇਹਨੇ ਆਪਣੀ ਕਥਾ ਵਿਚਾਰ ਤੋਂ ਬਾਅਦ ਕਹਿਣੀ। ਬੀਰਾ ਮਲਾਰ ਸਾਰੀ ਗੱਲ ਸੁਣਨ ਤੋਂ ਬਾਅਦ ਜਦੋਂ ਆਹ ਬਚਨ ਸੁਣਦਾ ਵੀ ਇਸਲਾਮ ਧਰਮ ਵਿੱਚ ਆਉਣ ਵਾਲਾ ਬੰਦਾ ਹੀ ਰੱਬ ਨੂੰ ਪ੍ਰਵਾਨ ਹੈ, ਬਾਕੀ ਧਰਮਾਂ ਦੇ ਲੋਕ ਨਹੀਂ, ਤੇ ਬੀਰਾ ਮਲਾਰ ਦੇ ਮਨ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਜੇ ਬਾਕੀ ਧਰਮਾਂ ਦੇ ਲੋਕ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੋਣੇ, ਫਿਰ ਪੈਦਾ ਕਰਨ ਵਾਲਾ ਤੇ ਰੱਬ ਹੀ ਹੈ ਨਾ। ਬਾਕੀ ਧਰਮਾਂ ਦੇ ਲੋਕਾਂ ਨੂੰ ਰੱਬ ਪੈਦਾ ਹੀ ਨਾ ਕਰੇ, ਮੁਸਲਮਾਨਾਂ ਨੂੰ ਹੀ ਪੈਦਾ ਕਰੇ। ਰੱਬ ਵੀ ਬੜੀ ਵੱਡੀ ਗਲਤੀ ਕਰਦਾ ਪਿਆ, ਐਵੇਂ ਪੈਦਾ ਕਰੀ ਜਾ ਰਿਹਾ ਬਾਕੀ ਲੋਕਾਂ ਨੂੰ। ਸ਼ੰਕਾ ਪੈਦਾ ਹੋ ਗਿਆ ਰੱਬ ਦੇ ਪ੍ਰਤੀ, ਸਵਾਲ ਪੈਦਾ ਹੋਇਆ। ਜਿੰਨਾ ਧਰਮ ਦੀ ਦੁਨੀਆ ਵਿੱਚ ਅੱਗੇ ਤੁਰਦਾ ਉਨਾ ਹੀ ਪਿਛਾਂਹ ਚਲਿਆ ਜਾਂਦਾ। ਰੱਬ ਵੀ ਗਲਤੀ ਕਰਨ ਲੱਗ ਪਿਆ। ਮਨ ਫਿਰ ਕਹਿ ਉੱਠਦਾ, ਰੱਬਾ ਤੂੰ ਬਾਕੀਆਂ ਨੂੰ ਪੈਦਾ ਹੀ ਨਾ ਕਰ, ਮੁਸਲਮਾਨਾਂ ਨੂੰ ਹੀ ਪੈਦਾ ਕਰ। ਸਵਾਲ ਇਹ ਪੈਦਾ ਹੋਇਆ ਵੀ ਹੁਣ ਕੀ ਕੀਤਾ ਜਾਵੇ, ਕੌਣ ਰੱਬ ਦੇ ਘਰ ਵਿੱਚ ਪ੍ਰਵਾਨ। ਗੁਰੂ ਨਾਨਕ ਸਾਹਿਬ ਮਹਾਰਾਜ ਇਹਦੇ ਘਰ ਵਿੱਚ ਪਹੁੰਚੇ ਨੇ। ਬੜੀ ਭਾਵਨਾ ਦੇ ਨਾਲ ਇਹਨੇ ਸੇਵਾ ਕੀਤੀ ਤੇ ਸਵਾਲ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ, ਰੱਬ ਦੇ ਘਰ ਵਿੱਚ ਪ੍ਰਵਾਨ ਕੌਣ ਹੈ, ਹਿੰਦੂ ਜਾਂ ਮੁਸਲਮਾਨ ਜਾਂ ਬਾਕੀ ਧਰਮਾਂ ਦੇ ਲੋਕ? ਕਿਉਂਕਿ ਸਾਡੇ ਧਰਮ ਦਾ ਆਗੂ ਤੇ ਇਹ ਗੱਲ ਕਹਿੰਦਾ ਮੁਸਲਮਾਨ ਹੀ ਪ੍ਰਵਾਨ, ਬਾਕੀ ਨਹੀਂ। ਤੁਸੀਂ ਦੱਸੋ ਖਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਚੰਗੇ ਤਰੀਕੇ ਦੇ ਨਾਲ ਇਹਨੂੰ ਵਚਨ ਕਹੇ, ਬੀਰਾ ਮਲਾਰ, ਆ ਜਿਹੜੇ ਤੇਰੇ ਘਰ ਦੇ ਵਿਹੜੇ ਵਿੱਚ ਬੱਚੇ ਘੁੰਮਦੇ ਨੇ, ਇਹ ਸਾਰੇ ਤੇਰੇ ਨੇ? ਬੀਰਾ ਮਲਾਰ ਕਹਿੰਦਾ ਜੀ ਬਾਕੀ ਸਾਰੇ ਮੇਰੇ ਨੇ ਇਹ ਬੱਚੇ। ਸਾਹਿਬ ਜੀ ਕਹਿੰਦੇ ਇਹਨਾਂ ਦੇ ਨਾਮ ਅਲੱਗ-ਅਲੱਗ ਹੋਣਗੇ? ਕਹਿੰਦੇ ਜੀ ਨਾਮ ਵੀ ਅਲੱਗ-ਅਲੱਗ, ਉਮਰ ਵੀ ਅਲੱਗ-ਅਲੱਗ ਹੋਵੇਗੀ? ਕਹਿੰਦੇ ਬਿਲਕੁਲ ਜੀ, ਰੰਗ ਵੀ ਅਲੱਗ-ਅਲੱਗ, ਕੱਦ ਵੀ ਅਲੱਗ-ਅਲੱਗ, ਬੋਲੀ ਵੀ ਅਲੱਗ-ਅਲੱਗ। ਸਾਹਿਬ ਜੀ ਕਹਿੰਦੇ ਤੇਰੇ ਹੀ ਨੇ ਨਾ ਬੱਚੇ ਇਹ ਸਾਰੇ? ਕਹਿੰਦੇ ਜੀ ਵਾਕਈ ਸਾਰੇ ਬੱਚੇ ਮੇਰੇ ਹੀ ਨੇ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਇਉਂ ਦੱਸ, ਸਭ ਤੋਂ ਵੱਧ ਪਿਆਰ ਤੂੰ ਕਿਹੜੇ ਬੱਚੇ ਨੂੰ ਕਰੇਂਗਾ? ਸਭ ਤੋਂ ਵੱਧ ਪਿਆਰਾ ਤੇਰਾ ਕੌਣ ਹੈ? ਬੀਰਾ ਮਲਾਰ ਸੁਣ ਕੇ ਕਹਿੰਦਾ, ਸੱਚੇ ਪਾਤਸ਼ਾਹ ਜੀ ਸਾਰੇ ਬੱਚੇ ਮੇਰੇ ਨੇ, ਮੈਂ ਤਾਂ ਸਾਰਿਆਂ ਨੂੰ ਹੀ ਪਿਆਰ ਕਰਦਾ, ਸਾਰੇ ਮੇਰੇ ਬੱਚੇ ਤੇ ਸਾਰਿਆਂ ਨੂੰ ਮੈਂ ਪਿਆਰ ਕਰਦਾ, ਸਾਰਿਆਂ ਦੀ ਸੰਭਾਲ ਕਰਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨਹੀਂ, ਸੋਚ ਕੇ ਦੱਸ ਥੋੜਾ ਜਿਹਾ, ਸਭ ਤੋਂ ਵੱਧ ਪਿਆਰ ਤੂੰ ਕਿਹੜੇ ਬੱਚੇ ਨੂੰ ਕਰੇਂਗਾ? ਇੰਨੀ ਗੱਲ ਸੁਣ ਕੇ ਬੀਰਾ ਮਲਾਰ ਜਵਾਬ ਦਿੰਦਾ, ਕਹਿੰਦੇ ਸੱਚੇ ਪਾਤਸ਼ਾਹ ਜੀ ਸਾਰੇ ਬੱਚੇ ਮੇਰੇ ਹੀ ਨੇ, ਸਾਰੇ ਬੱਚੇ ਮੇਰੇ ਨੇ, ਪਿਆਰ ਤੇ ਮੈਂ ਸਭ ਨੂੰ ਕਰਦਾ, ਪਰ ਸਭ ਤੋਂ ਵੱਧ ਪਿਆਰਾ ਮੇਰਾ ਉਹ ਬੱਚਾ ਹੋਵੇਗਾ ਜਿਹੜਾ ਮੇਰਾ ਹੁਕਮ ਮੰਨ ਕੇ ਆਪਣਾ ਜੀਵਨ ਬਤੀਤ ਕਰੇਗਾ।
ਸਤਿਗੁਰੂ ਨਾਨਕ ਸਾਹਿਬ ਜੀ ਨੇ ਬਸ ਇਹੀ ਗੱਲ ਕਹੀ, ਕਹਿੰਦੇ ਵੀਰਾਂ ਮਲਾਰ ਇਸੇ ਤਰ੍ਹਾਂ ਜਿਵੇਂ ਆ ਸਾਰੇ ਬੱਚੇ ਤੇਰੇ ਨੇ, ਨਾਮ ਇਹਨਾਂ ਦੇ ਅਲੱਗ-ਅਲੱਗ, ਸ਼ਕਲਾਂ ਅਲੱਗ-ਅਲੱਗ, ਕੱਦ ਕਾਠ ਅਲੱਗ-ਅਲੱਗ, ਉਮਰ ਅਲੱਗ-ਅਲੱਗ, ਬੋਲਣ ਦਾ ਢੰਗ ਅਲੱਗ-ਅਲੱਗ, ਇਸੇ ਤਰ੍ਹਾਂ ਆ ਜਿੰਨੀ ਖਲਕਤ ਦੇ ਵਿੱਚ ਤੈਨੂੰ ਲੋਕ ਦਿੰਦੇ ਨਾ, ਇਹ ਸਾਰੇ ਇੱਕੋ ਮਾਲਕ ਦੇ ਬੱਚੇ ਨੇ। ਏਕ ਪਿਤਾ ਏਕਸ ਕੇ ਹਮ ਬਾਰਕ, ਇਹ ਸਾਰੇ ਮੇਰੇ ਰੱਬ ਨੇ ਪੈਦਾ ਕੀਤੇ ਹੋਏ ਨੇ। ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਨੇ ਸਾਰੇ ਰੱਬ ਨੇ ਪੈਦਾ ਕੀਤੇ ਨੇ। ਕਹਿੰਦੇ ਪਰ ਜਿਹੜਾ ਬੰਦਾ ਰੱਬ ਦਾ ਹੁਕਮ ਪ੍ਰਵਾਨ ਕਰਕੇ ਰੱਬ ਦੇ ਹੁਕਮ ਵਿੱਚ ਚੱਲਦਾ, ਉਹੀ ਰੱਬ ਦਾ ਸਭ ਤੋਂ ਵੱਧ ਪਿਆਰਾ ਹੈ। ਉਹ ਮੁਸਲਮਾਨ ਹੋਵੇ, ਉਹ ਹਿੰਦੂ ਧਰਮ ਵਿੱਚ ਹੋਵੇ, ਉਹ ਕਿਸੇ ਵੀ ਧਰਮ ਵਿੱਚ ਹੋਵੇ, ਜਿਹੜਾ ਹੁਕਮ ਨੂੰ ਮੰਨੇਗਾ ਉਹੀ ਅਸਲ ਵਿੱਚ ਆਪਣੇ ਮਾਲਕ ਦੇ ਚਰਨਾਂ ਨਾਲ ਜੁੜੇਗਾ। ਸਤਿਗੁਰੂ ਜੀ ਦੇ ਇਸ ਜਵਾਬ ਨੂੰ ਸੁਣ ਕੇ ਵੀਰਾਂ ਮਲਾਰ ਦੇ ਅੰਦਰੋਂ ਨਫ਼ਰਤ ਮਿਟ ਗਈ ਦੂਸਰੇ ਦੇ ਪ੍ਰਤੀ। ਰੱਬ ਦੀ ਕਿਰਪਾ ਦੇ ਪਾਤਰ ਬਣੇ ਹੋਏ ਨੇ, ਸੰਘਾਰ ਨਹੀਂ ਕੀਤਾ ਬਲਕਿ ਸੰਭਾਲ ਕੀਤੀ, ਪਿਆਰ ਪੈਦਾ ਕੀਤਾ। ਜਿਨ੍ਹਾਂ ਵਿੱਚ ਨਫ਼ਰਤ ਸੀ ਉਹਨਾਂ ਦੇ ਅੰਦਰ ਵੀ ਪਿਆਰ ਪੈਦਾ ਕੀਤਾ, ਕਿਉਂਕਿ ਰੱਬ ਦੀ ਕਿਰਪਾ ਦੇ ਪਾਤਰ ਬਣੇ ਹੋਏ ਪਿਆਰੇ ਦੀ ਨਿਸ਼ਾਨੀ ਹੈ ਉਹ ਸੰਘਾਰ ਕਰਨ ਵਾਲਾ ਨਹੀਂ ਬਣਦਾ, ਉਹ ਸੰਭਾਲ ਕਰਨ ਵਾਲਾ ਬਣਦਾ ਹੈ। ਇੱਥੇ ਮੇਰੇ ਪਾਤਸ਼ਾਹ ਜੀ ਕਹਿੰਦੇ ਮੋਹਨ ਸਭ ਜੀ ਤੇਰੇ ਤੂੰ ਤਾਰੇ, ਮੇਰੇ ਰੱਬ ਜੀ ਸਾਰੇ ਜੀ ਤੇਰੇ ਨੇ, ਤਾਰਨ ਵਾਲਾ ਵੀ ਸਾਰਿਆਂ ਨੂੰ ਤੂੰ ਹੀ ਹੈ। ਛੁੱਟੈ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਮੰਡ ਉਧਾਰੈ ਰਹਾਉ। तेरी निमख मात्र पलक चमकन जितने तेरी नज़र भी हो गई, रहमत भी हो गई मेरे मालक जी, वो तेरा प्यारा अत्याचार करन तो मुक्त हो जाता है, भैड़े कम करन तो मुक्त हो जाता है, भैड़े विचार लिखण तो मुक्त हो जाता, भैड़ी भावना नूं अपने अंदरों खत्म कर दिंदा जिहदे उपर तेरी कृपा हो जाती। इस करके किरपा का अर्थ धन दौलत जमीन जायदाद सुख सहूलतां कीमती पदार्थ प्राप्त होना नहीं, किरपा का अर्थ है भैड़े कर्मां तो मुक्त होना। फिर पहले पदे विच मेरे सतगुरु जी कहते करें अरदास बहुत बेनंती निमक निमक सामारै, हो कृपाल दीन दुख पंजन हाथ दे निस्तारै। मेरे मालक जी सारी दुनिया के लोग तेरे अगे अरदास बेनती करते, तो आप सारियां दी पलक चमकन जितने समय विच ही संभाल करन वाला है। हो दयाल कृपा कर मेरे मालक जी, दीना दे दुख भंजन वालिया अपना हाथ दे के इस जगत की संभाल कर। अखीरले पदे विच मेरे पातशाह जी कहंदे क्या ये भूपत बपूरे कही है, कहो ए किस नो मारे। हे मेरे मालक जी ये जिहड़े राजे ने ना, एक किसी नूं की मार सकते ने, इन्हां दी ताकत तेरे अगे की है। जे तू बचाउण वाला है ते ये मारन वाले नहीं हो सकते, ये ताकत नहीं रख सकते अपनी मारन विच, ये किस नूं मार सकते ने। इस करके मेरे सतगुरु जी कहते राख 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 सुख दाते सब नानक जगत तुम्हारा है। हे मेरे मालक जी आ सारा जगत तेरा ही है, कृपा कर रहमत कर, आप इस जगत की रखिया कर, आप इस जगत की संभाल करन वाला बन। तेरे अगे ही साडी अरदास बेनती जोदड़ी है। अज दे अमोलक बचनां विच मेरे सतगुरु गुरु अर्जन साहिब महाराज जी ने यह महान कृपा करके साडे जीवन नूं उपदेश दिता है। अपने मालक दे उपर भरोसा बना, अपने मालक दी टेक लैके अपना जीवन बतीत कर। जे उहदी कृपा दा पात्र बनेगा फिर भैड़े कर्मां नूं त्यागेगा, भैड़े कर्मां तो मुक्त होके जो गुर कहे सोई भल मानो। हर हर कथा निराली गुर सिख मीत, चलो गुर चाली। गुरु दे कहने अनुसार चलांगे फिर जीवन अंदर ए लोक सुखीए परलोक सुहेले। नानक हर प्रभ आपे मेले, भुलां गलतियां ना चितारदे हुए अंत विच बुलाओ फतेह आखो जी। वाहिगुरु जी का खालसा वाहिगुरु जी की फतेह।